ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਲਿਵਿੰਗ ਇੰਡੀਆ ਨਿਊਜ਼ ਤੇ ਮੈਂ ਮਨਦੀਪ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਨਿੱਘਾ ਸਵਾਗਤ ਕਰਦੀ ਹਾਂ। ਉਮੀਦ ਕਰਦੀ ਹਾਂ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਣਗੇ। ਸੋ ਖਾਸ ਪ੍ਰੋਗਰਾਮ ਵੀਜ਼ਾ ਲਾਈਵ ਲੈके ਆ गए हैं। रोज़ इस वेले लाइव होने तुहाडे जिहड़े सवाल हुंदे ने उन्हां दा रल मिल के जवाब लभण दी कोशिश करदे हैं। सो खास चर्चा मेरे नाल साथ देण लई मंच दे उपर सद्दा दिता है जी FDC तो बलजिंदर सिंह होरां नूं। स्वागत। सत श्री अकाल सर। सत श्री अकाल जी। सब तो पहला इस शो नूं वेख रहे सारे ਸਰੋਤਿਆਂ ਨੂੰ ਮੇਰੇ ਵੱਲੋਂ प्यार भरी सत श्री अकाल। एक बार फिर ਤੁਹਾਡੇ ਦੇ रूबरू आ कुछ नवीं जानकारियां लैके जी बिल्कुल। सो साडे जिहड़े दर्शक ने जिहड़े विद्यार्थी ने उन्होंने दस दईए भी कैनेडा की गल करांगे, USA की भी गल करांगे, UK और आस्ट्रेलिया की भी गल करांगे। सो जहन दे विच कोई भी सवाल उठ रहा है कैनेडा, USA और UK और आस्ट्रेलिया जाण नूं लैके, सो तुसीं साडे नाल कॉल कर सकते हो, साडे नाल राबता कर सकते हो। लाइव हो चुके हैं सारा प्रोग्राम तुसीं फेसबुक के उपर भी लाइव देख सकते हो। सो खास प्रोग्राम असीं शुरू कर लिया, असीं गलबात शुरू कर लीए। AIP तो मैं जिहड़ी गलबात है शुरू करना चाहूँगी। AIP आया बहुत सारे जिहड़े बच्चे आ रिफ्यूज़ होकर बैठ के, सो उन्हां जिहड़े स्टूडेंट्स दा भविख की देखते पे हो? बिल्कुल मनदीप, जेकर ਆਪਾਂ AIP ਦੀ ਗੱਲ ਕਰੀਏ, ਬੇਸਿਕਲੀ ਅਗਰ ਤੁਹਾਡਾ AIP ਰਿਫਿਊਜ਼ ਹੋ ਗਿਆ ਤਾਂ ਉਹਦੇ ਵਿੱਚ ਘਬਰਾਉਣ ਵਾਲੀ ਕੋਈ ਗੱਲ ਨਹੀਂ ਹੈ, ਕਿਉਂਕਿ ਬੇਸਿਕਲੀ AIP ਇੱਕ ਪ੍ਰਿੰਸੀਪਲ ਅਪਰੂਵਲ ਸੀਗੀ ਜਿਹਦੇ ਵਿੱਚ ਤੁਸੀਂ ਕੁਆਲੀਫਾਈ ਕੀਤਾ ਨਹੀਂ ਕੀਤਾ ਵੀਜ਼ਾ ਆਫੀਸਰ ਦਾ ਡਿਸੀਜਨ ਹੈਗਾ, ਤਾਂ ਉਹਦੇ ਵਿੱਚ ਘਬਰਾਉਣ ਵਾਲੀ ਗੱਲ ਜਾਂ ਕੋਈ ਚਿੰਤਾਜਨਕ ਕੋਈ ਗੱਲ ਨਹੀਂ ਹੈਗੀ। ਜੇ ਤੁਹਾਡਾ ਵੀ AIP ਰਿਫਿਊਜ਼ਲ ਹੋਇਆ ਤਾਂ ਤੁਸੀਂ ਦੁਬਾਰਾ ਅਪਲਾਈ ਕਰ ਸਕਦੇ ਹੋ, ਆਪਣੀ ਇਸ ਐਪਲੀਕੇਸ਼ਨ ਤੇ ਕੰਮ ਕਰਕੇ ਵੀਜ਼ਾ ਤੁਸੀਂ ਲੈ ਸਕਦੇ ਹੋ। ਬਿਲਕੁਲ। ਸੋ ਕਿਹੜੇ ਇਨਟੇਕ ਵਾਲੇ ਜਿਹੜੇ ਬੱਚੇ ਨੇ ਕਿਹੜੇ ਇਨਟੇਕ ਚ ਅਪਲਾਈ ਕਰਨ ਜਿਹੜੇ ਬੱਚੇ ਰਿਫਿਊਜ਼ ਹੋ ਚੁੱਕੇ ਨੇ? ਬਿਲਕੁਲ ਮਨਦੀਪ, ਜਿੱਦਾਂ ਤੁਸੀਂ ਇਨਟੇਕ ਤੁਹਾਨੂੰ ਪਤਾ ਨੇ 3 ਹੀ ਮੇਜਰ ਇਨਟੇਕ ਨੇ ਕੈਨੇਡਾ ਦੇ ਵਿੱਚ। ਜਨਵਰੀ ਜਿਹੜਾ ਮਈ ਇਨਟੇਕ ਹੈਗਾ ਉਹਦੇ ਲਈ ਉਹ ਐਲੀਜੀਬਲ ਹੈਗੇ ਨੇ? ਬਿਲਕੁਲ ਮੈਮ, ਕੁਝ ਕਾਲਜਸ ਇਦਾਂ ਦੇ ਹੈਗੇ ਨੇ ਜਿਨ੍ਹਾਂ ਦੇ ਵਿੱਚ ਤੁਸੀਂ ਹੁਣ ਵੀ ਮਈ ਲਈ ਐਪਲੀਕੇਸ਼ਨ ਆਪਣੀ ਦੇ ਸਕਦੇ ਹੋ। ਇਸ ਤੋਂ ਇਲਾਵਾ ਵੀ ਮਨਦੀਪ, ਅੱਜ ਅਗਰ ਮੈਂ ਕੈਨੇਡਾ ਦੀ ਗੱਲ ਕਰਾਂ, ਇਨ ਕੈਨੇਡਾ देयर इज अ एंड नंबर ऑफ ਕਾਲਜਸ ਜਿਨ੍ਹਾਂ ਦੇ ਵਿੱਚ ਰੋਲਿੰਗ ਇਨਟੇਕਸ ਨੇ। ਰੋਲਿੰਗ ਇਨਟੇਕਸ ਇਨ ਦਾ ਸੈਂਸ ਕਿ ਉਹਨਾਂ ਦੇ ਵਿੱਚ ਹਰ ਮਹੀਨੇ ਦੇ ਇਨਟੇਕ ਨੇ, ਤੁਸੀਂ ਉਹਨਾਂ ਲਈ ਵੀ ਆਪਣਾ ਪ੍ਰੋਫਾਈਲ ਅਸੈਸ ਕਰਵਾ ਸਕਦੇ ਹੋ। ਬਿਲਕੁਲ ਜੀ। ਸੋ ਇੱਕ ਅੰਬੈਸੀ ਇੰਟਰਵਿਊ ਵਾਲੀ ਜਿਹੜੀ ਗੱਲਬਾਤ ਸ਼ੁਰੂ ਹੋਈ ਪਿੱਛੇ ਜੇ 11 ਫਰਵਰੀ ਨੂੰ ਕੁਝ ਇੱਕ ਅਪਡੇਟਸ ਆਈਆਂ ਅੰਬੈਸੀ ਨੇ ਕੁਝ ਇੱਕ ਚੁਣਿੰਦਾ ਜਿਹੜੇ ਸਟੂਡੈਂਟ ਸੀਗੇ ਕੁਝ ਇੱਕ ਬੱਚਿਆਂ ਨੂੰ ਕਾਲਸ ਕਰਨੀਆਂ ਸ਼ੁਰੂ ਕੀਤੀਆਂ। ਸੋ ਕਾਰਨ ਕੀ ਮੰਨਦੇ ਹੋ ਕਿਉਂ ਇਹ ਕਾਲਸ ਆਈਆਂ ਨੇ ਤੇ ਹੁਣ ਉਹਨਾਂ ਬੱਚਿਆਂ ਦਾ ਕੀ ਭਵਿੱਖ ਦੇਖਦੇ ਹੋ ਜਿਨ੍ਹਾਂ ਨੂੰ ਇਹ ਕਾਲਸ ਆ ਚੁੱਕੀਆਂ ਨੇ ਤੇ ਜਿਨ੍ਹਾਂ ਨੂੰ ਕਾਲਸ ਨਹੀਂ ਆਈਆਂ ਉਹਨਾਂ ਨੂੰ ਕਿਹੜੀਆਂ ਖਾਸ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ? ਬਿਲਕੁਲ ਮਨਦੀਪ, ਦੇਖੋ ਅਗਰ ਆਪਾਂ ਗੱਲ ਕਰੀਏ ਜਿੱਦਾਂ ਮੈਂ ਆਪਣੇ ਲਾਸਟ ਸ਼ੋਅ ਦੇ ਵਿੱਚ ਵੀ ਕਿਹਾ ਸੀਗਾ, ਜੇਕਰ ਤੁਹਾਨੂੰ ਅੰਬੈਸੀ ਤੋਂ ਕੋਈ ਕਾਲ ਆਂਦੀ ਹੈਗੀ ਹੈ ਤੁਹਾਨੂੰ ਕੋਈ ਡਰਨ ਦੀ ਲੋੜ ਨਹੀਂ ਹੈ, ਤੁਹਾਨੂੰ ਕੋਈ ਘਬਰਾਉਣ ਦੀ ਲੋੜ ਨਹੀਂ ਹੈ, ਕਿਉਂਕਿ ਬੇਸਿਕਲੀ ਅੰਬੈਸੀ ਦੇ ਵਿੱਚ ਜਿਹੜੀ ਤੁਹਾਡੀ ਪ੍ਰੋਫਾਈਲ ਗਈ ਹੈ ਉਹ ਤੁਹਾਡੇ ਬਾਰੇ ਤੁਹਾਡੇ ਤੋਂ ਪੁੱਛਣਾ ਚਾਹੁੰਦੇ ਨੇ। ਅਗਰ ਤੁਹਾਡਾ ਅੰਬੈਸੀ ਤੋਂ ਕੋਈ ਇੰਟਰਵਿਊ ਆਇਆ ਹੈਗਾ ਜਾਂ ਤੁਹਾਨੂੰ ਅੰਬੈਸੀ ਤੋਂ ਤੁਹਾਡੇ ਤੋਂ ਕੋਈ ਇਨਫੋਰਮੇਸ਼ਨ ਮੰਗੀ ਗਈ ਹੈ ਉਹ ਤੁਹਾਡੇ ਲਈ ਮੰਗੀ ਗਈ ਹੈ, ਤੁਸੀਂ ਉਸ ਇਨਫੋਰਮੇਸ਼ਨ ਨੂੰ ਇਲੈਬੋਰੇਟ ਕਰਕੇ ਦੱਸੋ। ਦੈਟ ਇਜ਼ ਨਾਟ ਅ ਬਿਗ ਡੀਲ। ਜੇਕਰ ਤੁਸੀਂ ਕਰੈਕਟ ਹੈਗੇ ਹੋ, ਤੁਹਾਨੂੰ ਆਪਣੇ ਕੋਰਸ ਬਾਰੇ ਪਤਾ ਹੈਗਾ, ਜਿੱਦਾਂ ਤੁਸੀਂ ਮੈਨੂੰ ਇਹ ਪੁੱਛਿਆ ਕਿ ਉਹਦੇ ਰੀਜ਼ਨਸ ਕੀ ਨੇ, ਦੇਖੋ ਮੇਰੇ ਵੀ ਕੁਝ ਬੱਚਿਆਂ ਨੂੰ ਇੰਟਰਵਿਊਜ਼ ਆਈ ਨੇ ਜਿੱਦਾਂ ਮੈਨੂੰ ਲੱਗਿਆ ਹੈਗਾ। ਫੋਰ ਐਗਜ਼ਾਮਪਲ ਮੈਂ ਤੁਹਾਡੇ ਨਾਲ ਇੱਕ ਬੜੀ ਲੇਟੈਸਟ ਐਗਜ਼ਾਮਪਲ ਸ਼ੇਅਰ ਕਰ ਦਿੰਦਾ ਹੈਗਾ। ਮੇਰੇ ਕੋਲ ਬੱਚਾ ਹੈਗਾ ਜੀ, ਉਹ ਬੱਚਾ ICSE ਬੋਰਡ ਤੋਂ ਪੜਿਆ ਹੋਇਆ ਹੈ, ਉਹਦੇ ਇੱਕ ਦੇ ਵਿੱਚ 5.5 ਨੇ। ਬੱਚੇ ਦਾ ਬੇਸਿਕਲੀ ਕੋਰਸ ਉਹਦਾ ਜਿਹੜਾ ਸੀਗਾ ਰੈਲੀਵੈਂਟ ਨਹੀਂ ਸੀਗਾ। ਉਹਦੇ ਕੋਰਸ ਦੇ ਵਿੱਚ ਕੀ ਸੀਗਾ, ਉਹਨੇ ਆਲਰੇਡੀ ਆਪਣਾ ਜਿਹੜਾ ਆਫਰ ਸੀਗਾ ਕਿਸੇ ਕੰਸਲਟੈਂਟ ਤੋਂ ਲਿੱਤਾ ਹੋਇਆ ਸੀਗਾ ਤੇ ਬੱਚਾ ਉਸੇ ਕੋਰਸ ਲਈ ਇਨਰੋਲ ਕਰਨਾ ਚਾਹੁੰਦਾ ਸੀਗਾ, ਉਸੇ ਕਾਲਜ ਦੇ ਵਿੱਚ ਜਾਣਾ ਚਾਹੁੰਦਾ ਸੀਗਾ। ਕਿਉਂ? ਕਿਉਂਕਿ ਉਹਦਾ ਕੋਈ ਭੈਣ ਭਰਾ ਉੱਥੇ ਪੜ ਰਿਹਾ ਸੀਗਾ। ਅਸੀਂ ਬੱਚੇ ਨੂੰ ਬਹੁਤ ਮੋਲਡ ਕੀਤਾ, ਈਵਨ ਅਸੀਂ ਐਡਵਾਈਸ ਕੀਤਾ ਕਿ ਬੱਚੇ ਤੂੰ ਆਪਣਾ ਕੋਰਸ ਚੇਂਜ ਕਰ ਲੈ, ਬਟ ਅਨਫੋਰਚੂਨੇਟਲੀ ਉਹਦੇ ਕੋਲੋਂ ਕੋਰਸ ਨਹੀਂ ਸੀਗਾ, ਬਟ ਜੋ ਕੰਸਲਟੈਂਟ ਨੇ ਲੈ ਕੇ ਦੇਤਾ ਉਹ ਉਸੇ ਤੇ ਹੀ ਜਾਣਾ ਚਾਹੁੰਦਾ ਸੀਗਾ। ਅਸੀਂ ਕੰਸੈਂਟ ਦੇ ਨਾਲ ਉਹਦੀ ਫਾਈਲ ਲੌਗਇਨ ਕਰਤੀ, ਪ੍ਰੋਫਾਈਲ ਅੱਛਾ ਸੀਗਾ, ਮੈਨੂੰ ਵੀ ਲੱਗਦਾ ਸੀਗਾ ਕਿੱਥੇ ਨਾ ਕਿੱਥੇ ਕਿ ਬੱਚੇ ਦਾ ਵੀਜ਼ਾ ਆ ਜਾਏਗਾ। ਤੇ ਬੱਚੇ ਨੂੰ ਇੰਟਰਵਿਊ ਆਈ, ਬੱਚੇ ਨੂੰ ਬੇਸਿਕਲੀ ਪੁੱਛਿਆ ਕੀ ਗਿਆ, ਬੱਚਾ ICSE ਤੋਂ ਪੜਿਆ ਜੀ, ਉਹਦੇ ਮਨਦੀਪ ਇੱਕ ਦੇ ਵਿੱਚ 5.5 ਬੈਂਡ ਨੇ, ਕੋਰਸ ਦੀ ਰੈਲੀਵੈਂਸੀ ਨਹੀਂ ਬਣੀ। ਆਲਦੋ ਬੱਚੇ ਦਾ ਇੰਟਰਵਿਊ ਹੋਇਆ ਤੇ ਬੱਚੇ ਦਾ ਵੀਜ਼ਾ ਆ ਚੁੱਕਿਆ, ਮਤਲਬ ਕਿ ਦੈਟ ਇਜ਼ ਨਾਟ ਅ ਬਿਗ ਡੀਲ। ਅਗਰ ਉਹ ਪੁੱਛ ਰਹੇ ਨੇ ਤਾਂ ਇਦਾਂ ਦੀ ਕੰਪਲਿਕੇਟਡ ਇੰਟਰਵਿਊ ਜਿਹੜੀ ਆ ਰਹੀਆਂ ਨੇ ਇਦਾਂ ਦੇ ਪ੍ਰੋਫਾਈਲਸ ਨੂੰ ਆ ਰਹੀਆਂ ਨੇ। ਅਗਰ ਤੁਹਾਨੂੰ ਕੋਈ ਇੰਟਰਵਿਊ ਆਂਦੀ ਹੈ, ਮੇਰੀ ਸਭ ਨੂੰ ਇਹੀ ਐਡਵਾਈਸ ਹੈ, ਘਬਰਾਉਣ ਦੀ ਕੋਈ ਲੋੜ ਨਹੀਂ ਹੈ। 2-3 ਚੀਜ਼ਾਂ ਦਾ ਧਿਆਨ ਰੱਖੋ ਜਦੋਂ ਵੀ ਤੁਸੀਂ ਇੰਟਰਵਿਊ ਕਾਲ ਲੈ ਰਹੇ ਹੈਗੇ ਹੋ। ਤੁਹਾਨੂੰ 3 ਚੀਜ਼ਾਂ ਦਾ ਧਿਆਨ ਰੱਖਣਾ ਹੈ। ਤੁਹਾਨੂੰ ਆਪਣਾ ਪ੍ਰੋਫਾਈਲ ਪਤਾ ਹੋਣਾ ਚਾਹੀਦਾ, ਪ੍ਰੋਫਾਈਲ ਦੇ ਵਿੱਚ ਤੁਹਾਡਾ ਸਟਰੀਮ ਆਂਦਾ ਹੈ, ਤੁਹਾਡਾ ਆਫਰ ਕਿਹੜੇ ਕਾਲਜ ਤੋਂ ਆਇਆ ਤੇ ਤੁਹਾਡੇ ਆਫਰ ਦੇ ਵਿੱਚ ਕੋਰਸ ਕੀ ਹੈ, ਉਹਦੇ ਕੰਟੈਂਟ ਕੀ ਨੇ, ਤੇ ਥਰਡ ਤੁਹਾਡਾ ਆਊਟ ਆਫ ਦੀ ਸਟੱਡੀ, ਮਤਲਬ ਕਿ ਆਊਟ ਆਫ ਸਿਲੇਬਸ ਕੁਝ ਨਹੀਂ ਹੈ, ਸਟੱਡੀ ਤੋਂ ਬਾਅਦ ਪਰਪਸ ਕੀ ਹੈ। ਜੀ ਬਿਲਕੁਲ, ਇਹ ਬੇਸਿਕ ਚੀਜ਼ਾਂ ਨੇ ਜੋ ਇੱਕ ਇੰਟਰਵਿਊ ਦੇ ਵਿੱਚ ਪੁੱਛੀਆਂ ਜਾਂਦੀਆਂ ਨੇ। ਬਿਲਕੁਲ। ਸੋ ਅਸੀਂ ਲਾਈਵ ਹੈਗੇ ਆ, ਸਾਡੇ ਨਾਲ ਸਾਡੇ ਜਿਹੜੇ ਦਰਸ਼ਕ ਨੇ ਵਿਦਿਆਰਥੀ ਨੇ ਉਹ ਜੁੜਨਾ ਸ਼ੁਰੂ ਹੋ ਗਏ ਨੇ। ਸੋ ਕਾਲਸ ਜਿਹੜੀਆਂ ਨੇ ਬਹੁਤ ਜਲਦੀ ਲੈਣੀਆਂ ਸ਼ੁਰੂ ਕਰਾਂਗੇ, ਥੋੜਾ ਜਿਹਾ ਕਤਾਰ 'ਚ ਵੇਟ ਕਰ ਲਓ। ਪਹਿਲਾ ਜਿਹੜਾ ਸਵਾਲ ਇੱਕ ਹੋਰ ਹੈਗਾ ਜਿਹਦੀ ਮੈਂ ਗੱਲਬਾਤ ਤੁਹਾਡੇ ਤੋਂ ਜ਼ਰੂਰ ਪੁੱਛਣਾ ਚਾਹੂੰਗੀ। ਸਕਰੀਨ ਦੇ ਉੱਤੇ ਵੀ ਸਾਡੇ ਜਿਹੜੇ ਦਰਸ਼ਕ ਨੇ ਵਿਦਿਆਰਥੀ ਨੇ ਉਹਨਾਂ ਨੂੰ ਸ਼ੋ ਹੋ ਰਿਹਾ ਹੋਊਗਾ ਵੀ ਲੋ ਬੈਂਡ ਦੇ ਵਿੱਚ ਤੁਸੀਂ
ਕੈਨੇਡਾ ਜਾ ਸਕਦੇ ਹੋ। ਸੋ ਇੱਕ ਬੰਨੇ ਮਸ਼ਹੂਰੀਆਂ ਚੱਲਦੀਆਂ ਨੇ, ਇੱਕ ਮੋਡਿਊਲ 'ਚ 5.5 ਬੈਂਡ ਚੱਲ ਜਾਣਗੇ, 2 ਮੋਡਿਊਲ 'ਚ 5.5 ਬੈਂਡ ਦੇ ਉੱਤੇ ਹੱਥ ਖੜੇ ਕਰ ਦਿੰਦੇ ਨੇ ਇਮੀਗ੍ਰੇਸ਼ਨ ਵਾਲੇ। ਬਟ ਤੁਹਾਡੇ ਕੋਲ ਕੀ ਖਾਸ ਪ੍ਰੋਡਕਟ ਹੈਗਾ, ਕੀ ਖਾਸ ਪ੍ਰੋਜੈਕਟ ਹੈਗਾ ਜਿਹਦੇ ਦੌਰਾਨ ਜਿਹੜਾ ਘੱਟ ਬੈਂਡ ਸਕੋਰ ਵਾਲਾ ਬੱਚਾ ਵੀ ਵਿਦੇਸ਼ ਜਾ ਸਕਦਾ? ਸੋ ਉਹ ਪ੍ਰੋਡਕਟ ਕੀ ਹੈਗਾ? ਐਂਡ ਇਹ ਪੁੱਛਣਾ ਚਾਹੂੰਗੀ ਕਿ ਉਹ ਪ੍ਰੋਡਕਟ +2 ਵਾਲੇ ਬੱਚੇ ਲਈ ਹੈ, ਗ੍ਰੈਜੂਏਸ਼ਨ ਵਾਲੇ ਲਈ ਹੈ, ਜਾਂ ਫਿਰ ਮਾਸਟਰਸ ਵਾਲੇ ਬੱਚੇ ਲਈ ਹੈ? ਮਨਦੀਪ ਬਹੁਤ ਵਧੀਆ ਸਵਾਲ ਕੀਤਾ, ਕਿਉਂਕਿ ਸਿਨੈਰੀਓ ਇਦਾਂ ਦਾ ਚੱਲ ਰਿਹਾ। ਦੇਖੋ ਪ੍ਰੋਡਕਟ ਵਕਤ ਕੁਝ ਨਹੀਂ ਹੁੰਦਾ, ਜੋ ਮੇਰੇ ਹਿਸਾਬ ਨਾਲ ਹੈਗਾ ਇਟ ਇਜ਼ ਆਲ ਅਬਾਊਟ ਦੀ ਮਾਰਕੀਟ ਸਿਨੈਰੀਓ। ਅਗਰ ਆਪਾਂ ਮਾਰਕੀਟ ਸਿਨੈਰੀਓ ਦੀ ਗੱਲ ਕਰੀਏ, ਆਫਟਰ ਕੋਵਿਡ ਹੋਇਆ ਕੀ ਹੈਗਾ, ਬਹੁਤ ਸਾਰੇ ਕਾਲਜਸ, ਬਹੁਤ ਸਾਰੇ ਇੰਸਟੀਟਿਊਸ਼ਨ ਇਦਾਂ ਦੇ ਹੈਗੇ ਨੇ ਜਿਹੜੇ ਕਿ ਉਹਨਾਂ ਦੀ ਰਿਕੁਆਇਰਮੈਂਟਸ ਹੈਗੀ ਆ। ਫੋਰ ਐਗਜ਼ਾਮਪਲ ਆਪਾਂ ਤੁਹਾਨੂੰ ਇੱਕ ਬੜੀ ਲੇਟੈਸਟ ਐਗਜ਼ਾਮਪਲ ਦੇ ਦਿੰਦੇ ਆ, ਕਿਊਬੈਕ ਬਾਰੇ ਤੁਸੀਂ ਸੁਣਿਆ ਹੋਣਾ, ਉਹਨਾਂ ਦਾ CAQ ਸਸਪੈਂਡ ਹੋ ਗਿਆ ਸੀਗਾ, ਰਾਈਟ? ਬਟ ਅਨਫੋਰਚੂਨੇਟਲੀ ਉਹਦੇ ਸਟੂਡੈਂਟ ਜਾਣੇ ਬੰਦ ਹੋ ਗਏ ਸੀ ਜੀ, ਬਿਲਕੁਲ ਰਾਈਟ। ਤੇ ਇਸ ਸਿਨੈਰੀਓ ਨੂੰ ਵੇਖਦੇ ਹੋਏ ਕਿਊਬੈਕ ਵਾਲਿਆਂ ਨੇ ਕੀ ਕੀਤਾ ਹੈਗਾ, ਕਾਲਜ ਕਹਿੰਦਾ ਜੀ ਤੁਸੀਂ ਮੈਨੂੰ 250 ਕੈਨੇਡੀਅਨ ਡਾਲਰ ਦੇ ਦਿਓ, ਉਹਦੇ ਬਿਹਾਫ ਤੇ ਮੈਂ ਤੁਹਾਨੂੰ ਤੁਹਾਡਾ ਲੈਟਰ ਆਫ ਅਸੈਪਟੈਂਸ, ਜਿਹਨੂੰ ਕੰਸਲਟੈਂਟ LOA ਬੋਲਦੇ ਨੇ, ਤੇ ਉਹਦੇ ਦੇ ਬਿਹਾਫ ਤੇ ਤੁਸੀਂ CAQ ਅਪਲਾਈ ਕਰ ਸਕਦੇ ਹੋ। CAQ ਆਉਣ ਤੋਂ ਬਾਅਦ ਤੁਸੀਂ ਫੀਸ ਦੇ ਸਕਦੇ ਹੋ। ਮਤਲਬ ਕਿ ਸਿਨੈਰੀਓ ਇਹੀ ਹੋ ਗਿਆ ਕਿ ਜੇ ਤੁਹਾਡੇ 2 ਦੇ ਵਿੱਚ 5.5 ਹੈ, 3 ਦੇ ਵਿੱਚ 5.5 ਹੈ, ਈਵਨ ਮੈਂ ਤਾਂ ਕਹੂੰਗਾ ਜੇ ਤੁਹਾਡੇ 4 ਦੇ ਵਿੱਚ ਵੀ 5.5 ਹੈ, ਤੁਸੀਂ ਅਪਲਾਈ ਕਰੋ, ਤੁਹਾਡਾ ਵੀਜ਼ਾ ਆਊਗਾ। ਕਿਉਂਕਿ ਉਹ ਆਲ ਅਬਾਊਟ ਸਾਡੀ ਜਿਹੜੀ ਲੋ ਬੈਂਡ ਤਾਂ 4.5 ਬੈਂਡ ਵੀ ਹੋ ਜਾਂਦੇ ਨੇ, 5 ਬੈਂਡ ਵੀ ਹੋ ਜਾਂਦੇ ਨੇ। ਸੋ ਉਹ ਵੀ ਬੱਚੇ ਐਲੀਜੀਬਲ ਹੈਗੇ ਨੇ ਜਿਹੜੇ ਘੱਟ ਬੈਂਡ ਸਕੋਰ ਲੈ ਕੇ ਬੈਠੇ ਨੇ। ਮਨਦੀਪ ਤੱਕ ਤੁਸੀਂ ਕਦੇ ਇਹ ਸੁਣਿਆ ਹੈਗਾ ਕਿ ਕੈਨੇਡਾ ਵਿਦਆਊਟ ਆਇਲਟਸ ਵੀ ਵੀਜ਼ਾ ਦਿੰਦਾ ਹੈ? ਬਿਲਕੁਲ ਮੈਮ, ਇਹ ਉਹੀ ਸਿਨੈਰੀਓ ਹੈਗਾ। ਇਹਦੇ ਵਿੱਚ ਬੇਸਿਕਲੀ ਸਾਈਡ ਨੂੰ ਚਾਹੀਦਾ ਕੀ ਹੈਗਾ, ਬੱਚੇ ਵੱਲੋਂ ਬੱਚੇ ਦਾ ਅਸੀਂ ਪ੍ਰੋਫਾਈਲ ਦੇਖਣਾ ਹੈਗਾ। ਮੈਂ ਇਹ ਨਹੀਂ ਕਹੂੰਗਾ ਕਿ ਸਾਰੇ ਬੱਚੇ 4.5 5.5 ਨਾਲ ਅਪਲਾਈ ਕਰੋ। ਮੇਰੇ ਕਹਿਣ ਦਾ ਮਤਲਬ ਕਿ ਜੇਕਰ ਤੁਹਾਡਾ ਵੀ ਇਦਾਂ ਦਾ ਕੋਈ ਸਕੋਰ ਹੈਗਾ, ਤੁਸੀਂ ਸਾਡੇ ਨਾਲ ਆਪਣਾ ਪ੍ਰੋਫਾਈਲ ਸ਼ੇਅਰ ਕਰੋ। ਜੇ ਤੁਸੀਂ ਐਲੀਜੀਬਲ ਹੈਗੇ ਹੋ, ਆਪਾਂ ਤੁਹਾਡਾ ਐਡਮਿਸ਼ਨ ਪਾਉਂਗੇ। ਅਗਰ ਆਪਾਂ ਐਡਮਿਸ਼ਨ ਪਾਉਂਗੇ ਤਾਂ ਤੁਹਾਨੂੰ ਉਹਦੇ ਤੇ ਆਪਾਂ ਰਿਜ਼ਲਟਸ ਵੀ ਦਿਖਾਵਾਂਗੇ। ਇੱਕ MOI ਨਾਮ ਦੀ ਚੀਜ਼ ਹੁੰਦੀ ਹੈ, ਮਨਦੀਪ ਤੁਸੀਂ ਸੁਣਿਆ ਕਦੇ ਉਹਦੇ ਬਾਰੇ? ਬਿਲਕੁਲ। ਅਗਰ ਤੁਹਾਡੇ ਕੋਲ MOI ਹੈਗਾ, ਮਤਲਬ ਕਿ ਤੁਹਾਡਾ ਮੀਡੀਆ ਆਫ ਇੰਸਟਰਕਸ਼ਨ +2 ਤੁਸੀਂ ਦੇ ਵਿੱਚ ਤੁਸੀਂ ਜਾਂ 10th ਦੇ ਵਿੱਚ ਤੁਸੀਂ ਇੰਗਲਿਸ਼ ਦਾ ਸਬਜੈਕਟ ਤੁਹਾਡੇ ਕੋਲ ਸੀਗਾ, ਅਸੀਂ ਉਸ ਬਿਹਾਫ ਤੇ ਅਪਲਾਈ ਕਰਾਂਗੇ ਤੇ ਉਹ ਸਾਡੀ ਐਕਸਪਰਟਿਜ਼ ਹੈਗੀਆਂ ਨੇ ਕਿ ਅਸੀਂ ਤੁਹਾਨੂੰ ਵੀਜ਼ਾ ਤੱਕ ਕਿੱਦਾਂ ਲੈ ਕੇ ਜਾਵਾਂਗੇ। ਬੇਸਿਕਲੀ ਕਨਸੈਪਟ ਇਹ ਹੋ ਚੁੱਕਿਆ ਜੀ, ਆਫਟਰ ਕੋਵਿਡ ਹਰ ਤਰ੍ਹਾਂ ਦਾ ਪ੍ਰੋਫਾਈਲ ਕੈਨੇਡਾ ਦੇ ਲਈ ਐਲੀਜੀਬਲ ਹੈ, ਅਪਲਾਈ ਕਰ ਸਕਦਾ ਹੈ। ਅਪਲਾਈ ਕਰਨ ਤੋਂ ਪਹਿਲਾਂ ਤੁਸੀਂ ਇੱਕ ਵਾਰ ਸਾਡੇ ਨਾਲ ਆਪਣਾ ਪ੍ਰੋਫਾਈਲ ਡਿਸਕਸ ਕਰੋ। ਜੋ ਵੀ ਅਸੀਂ ਤੁਹਾਡੇ ਪ੍ਰੋਫਾਈਲ ਲਈ ਕੁਝ ਕਰ ਸਕਦੇ ਹੈਗੇ ਜਾਂ ਤੁਹਾਨੂੰ ਐਡਵਾਈਸ ਕਰਦੇ ਹਾਂ, ਆਪਾਂ ਤੁਹਾਨੂੰ ਜ਼ਰੂਰ ਕਰੂਗੇ। ਬਿਲਕੁਲ। ਸੋ ਜਿਸ ਟਾਈਮ ਕਰੋਨਾ ਜਿਹੜਾ ਆਪਣੀ ਪੂਰੀਆਂ ਕਗਾਰਾਂ ਦੇ ਵਿੱਚ ਫੈਲਿਆ ਹੋਇਆ ਸੀ, ਸੋ ਇਹ ਗੱਲਾਂ ਸੁਣਨ ਨੂੰ ਮਿਲ ਰਹੀਆਂ ਸੀ ਕਿ ਬਹੁਤ ਜਲਦੀ ਜਿਹੜੇ ਵੱਡੇ ਵੱਡੇ ਮੁਲਕ ਨੇ ਇਹਨਾਂ ਨੇ ਆਪਣੇ ਦਰਵਾਜ਼ੇ ਬਹੁਤ ਆਸਾਨੀ ਨਾਲ ਖੋਲ੍ਹਣੇ ਨੇ, ਕਿਉਂਕਿ ਆਰਥਿਕ ਜਿਹੜੀ ਅਰਥ ਵਿਵਸਥਾ ਹੈ ਉਹ ਡਾਲਮਡੋਲ ਹੋ ਗਈ ਸੀ। ਸੋ ਉਹਨਾਂ ਨੂੰ ਸਟੇਬਲ ਕਰਨ ਵਾਸਤੇ ਕਿਤੇ ਨਾ ਕਿਤੇ ਇਹ ਜਿਹੜੇ ਕਦਮ ਹੈਗੇ ਨੇ ਇਹ ਉਠਾਏ ਜਾ ਰਹੇ ਨੇ। ਗੈਪ ਨੂੰ ਲੈ ਕੇ ਸਵਾਲ ਪੁੱਛਣਾ ਚਾਹੂੰਗੀ, ਗੈਪ ਕਿੰਨਾ ਕੁ ਅਸੈਪਟ ਹੋ ਜਾਊਗਾ ਇਸ ਪ੍ਰੋਡਕਟ ਦੇ ਜ਼ਰੀਏ? ਦੇਖੋ ਮਨਦੀਪ, ਅਗਰ ਆਪਾਂ ਆਰਥਿਕ ਵਿਵਸਥਾ ਦੀ ਗੱਲ ਕਰੀਏ ਤਾਂ ਕੈਨੇਡਾ ਦਾ ਮੈਨੂੰ ਲੱਗਦਾ ਹੈਗਾ ਜਿਹੜਾ ਮੈਕਸਿਮਮ ਕੰਟਰੀਬਿਊਸ਼ਨ ਹੈ ਕੌਣ ਕਰਦਾ ਹੈ? ਸਾਡਾ ਸਟੂਡੈਂਟ ਕਰਦਾ ਹੈ। ਤਾਂ ਇਹ ਤੁਹਾਡਾ ਕੁਐਸਚਨ ਬਿਲਕੁਲ ਜਾਇਜ਼ ਹੈ ਤੇ ਬਿਲਕੁਲ ਸਹੀ ਹੈ। ਅਗਰ ਆਪਾਂ ਗੈਪ ਦੀ ਗੱਲ ਕਰੀਏ, ਮੈਂ ਆਪਣੇ ਲਾਸਟ ਸ਼ੋਅ ਦੇ ਵਿੱਚ ਵੀ ਇਹੀ ਗੱਲ ਕਹੀ ਸੀ ਕਿ ਆਪਾਂ ਗੈਪ ਨੂੰ ਕਿੱਦਾਂ ਕੰਸੀਡਰ ਕਰਦੇ ਹਾਂ। ਦੇਖੋ ਜੀ, ਜੇਕਰ ਤਾਂ ਤੁਸੀਂ ਆਪਣੀ ਸਟੱਡੀ ਤੋਂ ਬਾਅਦ ਕੁਝ ਕੀਤਾ ਹੈਗਾ, ਸੋ ਮੈਂ ਉਹਨੂੰ ਗੈਪ ਕੰਸੀਡਰ ਨਹੀਂ ਕਰਾਂਗਾ। ਕਿਉਂਕਿ ਤੁਸੀਂ ਕੁਝ ਕੰਮ ਕੀਤਾ ਤੇ ਤੁਸੀਂ ਕੁਝ ਸਿੱਖਿਆ ਹੈਗਾ ਜੀ। ਗੈਪ ਆਪਾਂ ਲੈ ਲਾਂਗੇ, ਗੈਪ ਦੀ ਜਸਟੀਫਿਕੇਸ਼ਨ ਦੇ ਨਾਲ ਤੁਸੀਂ ਮੈਨੂੰ 5-7 ਸਾਲ ਜਿੰਨੇ ਦਾ ਵੀ ਗੈਪ ਦੇਣਾ ਤੁਸੀਂ ਦੇ ਦਿਓ। ਬੇਸਿਕਲੀ ਦੇਖਿਆ ਜਾਊਗਾ ਕਿ ਤੁਹਾਡਾ ਜਿਹੜਾ ਗੈਪ ਹੈਗਾ, ਗੈਪ ਦੇ ਵਿੱਚ ਤੁਸੀਂ ਕੀਤਾ ਕੀ ਹੈ। ਅਗਰ ਤਾਂ ਤੁਸੀਂ ਫੋਰ ਐਗਜ਼ਾਮਪਲ ਮੈਂ BCom ਕੀਤੀ ਹੈ ਜਾਂ ਮੈਂ ਕਮਰਸ ਦਾ ਸਟੂਡੈਂਟ ਹੈਗਾ ਤੇ ਮੈਂ ਆਪਣੀ CA ਲਾਈਨ ਦੇ ਵਿੱਚ ਜਾਂ ਮੈਂ ਕੁਝ ਅਕਾਊਂਟੈਂਸੀ ਦੇ ਅੰਦਰ ਆਪਣੇ ਆਪ ਨੂੰ ਕੁਝ ਗਰੋ ਕੀਤਾ, ਤਾਂ ਮੈਂ ਉਸ ਚੀਜ਼ ਨੂੰ ਗੈਪ ਨਹੀਂ ਲੈ ਕੇ ਚੱਲੂਗਾ। ਮਤਲਬ ਇਦਾਂ ਦੇ ਪ੍ਰੋਫਾਈਲ ਥਰੂ ਹੋਣਗੇ ਵਿਦ ਗੈਪ ਔਰ ਵਿਦਆਊਟ ਗੈਪ। ਬਿਲਕੁਲ। ਸੋ ਵੀਜ਼ਾ ਪ੍ਰੋਸੈਸਿੰਗ ਟਾਈਮ ਨੂੰ ਲੈ ਕੇ ਕੁਝ ਤਬਦੀਲੀਆਂ ਹੋਈਆਂ ਨੇ। ਜਿਹੜਾ ਵਿਦਆਊਟ ਆਇਲਸ ਜਾਂ ਘੱਟ ਬੈਂਡ ਸਕੋਰ ਵਾਲਾ ਬੱਚਾ ਜਾ ਸਕਦਾ, ਇਹਦੇ ਪ੍ਰੋਸੈਸਿੰਗ ਟਾਈਮ 'ਚ ਕੁਝ ਤਬਦੀਲੀ ਹੈਗੀ ਹੈ? ਮਨਦੀਪ, ਅਗਰ ਆਪਾਂ ਟਾਈਮ ਦੀ ਗੱਲ ਕਰੀਏ, ਟਾਈਮ ਦੇ ਵਿੱਚ ਦੇਖੋ ਕੀ ਚੀਜ਼ਾਂ ਕੰਸੀਡਰ ਹੁੰਦੀਆਂ ਨੇ। ਅੱਜ ਕੱਲ ਜਿੱਦਾਂ ਤੁਸੀਂ ਸੁਣਿਆ ਹੈਗਾ ਕਿ ਬਾਇਓਮੈਟ੍ਰਿਕਸ ਨਹੀਂ ਹੋ ਰਹੇ, ਰਾਈਟ? ਬਾਇਓਮੈਟ੍ਰਿਕ ਡਸਨਟ ਮੀਨ ਕਿ ਬਾਇਓਮੈਟ੍ਰਿਕ ਨਹੀਂ ਹੋ ਰਹੇ, ਬਾਇਓਮੈਟ੍ਰਿਕ ਦੀ ਡੇਟ ਤੁਹਾਨੂੰ ਜਿਹੜੀ ਹੈਗੀ ਹੈ ਲੇਟ ਮਿਲ ਰਹੀ ਹੈ। ਬਟ ਅਗਰ ਆਪਾਂ ਫਿਰ ਵੀ ਔਨ ਐਵਰੇਜ, ਜਿੱਦਾਂ ਤੁਸੀਂ ਵੀਜ਼ਾ ਦੀ ਗੱਲ ਕੀਤੀ ਕਿ ਵੀਜ਼ਾ ਕਿੰਨੇ ਟਾਈਮ ਦੇ ਵਿੱਚ ਮਿਲ ਜੂਗਾ, ਤਾਂ ਆਈ ਊਡ ਸੇ ਕਿ ਘੱਟੋ ਘੱਟ 40 ਦਿਨ ਦਾ ਟਾਈਮ ਤੁਸੀਂ ਦਿਓ ਆਪਣਾ, ਤੇ 40 ਦਿਨਾਂ ਦੇ ਅੰਦਰ ਅੰਦਰ ਜਿਹੜਾ ਤੁਹਾਡਾ ਪ੍ਰੋਫਾਈਲ ਹੈ ਉਹ ਥਰੂ ਹੋ ਜਾਊਗਾ ਤੇ ਤੁਹਾਡਾ ਵੀਜ਼ਾ ਗ੍ਰਾਂਟ ਹੋ ਜਾਊਗਾ। ਬਿਲਕੁਲ। ਸੋ ਮੇਰਾ ਜਿਹੜਾ ਖਾਸ ਮੋਟਿਵ ਸੀ ਸਾਡੇ ਵਿਦਿਆਰਥੀ, ਸਾਡੇ ਦਰਸ਼ਕਾਂ ਦੇ ਨਾਲ ਇਸ ਪ੍ਰੋਡਕਟ ਦੀ ਖਾਸ ਜਾਣਕਾਰੀ ਸਾਂਝੀ ਕਰਨਾ, ਸੋ ਮੈਨੂੰ ਕਿਤੇ ਨਾ ਕਿਤੇ ਪੂਰਾ ਹੁੰਦਾ ਨਜ਼ਰ ਆ ਰਿਹਾ। ਹੁਣ ਅਸੀਂ ਦਰਸ਼ਕਾਂ ਦੀਆਂ ਕਾਲਸ ਲੈਣੀਆਂ ਸ਼ੁਰੂ ਕਰਦੇ ਹਾਂ ਤੇ ਸਾਡੇ ਜਿੰਨੇ ਵੀ ਦਰਸ਼ਕ ਸਾਨੂੰ ਦੇਖ ਰਹੇ ਨੇ, ਤੁਸੀਂ ਸਾਨੂੰ ਬੇਝਿਜਕ ਹੋ ਕੇ ਕਾਲ ਕਰੋ। ਮੰਚ ਕੋਈ ਵੀ ਸਵਾਲ ਹੈਗਾ ਤੁਸੀਂ ਸਾਡੇ ਨਾਲ ਸਾਂਝਾ ਕਰੋ। ਸੋ ਪਹਿਲੇ ਦਰਸ਼ਕ ਨਾਲ ਜੁੜੇ ਨੇ। ਹੈਲੋ। ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਕੀ ਨਾਮ ਹੈ ਜੀ? ਮੇਰਾ ਨਾਮ ਗੁਰਦੀਪ ਸਿੰਘ ਹੈ ਜੀ। ਜੀ ਗੁਰਦੀਪ ਜੀ, ਕਿੱਥੋਂ ਬੋਲ ਰਹੇ ਹੋ? ਮੈਂ ਮੋਗਾ ਤੋਂ ਬੋਲ ਰਿਹਾ ਜੀ। ਸਵਾਲ ਕੀ ਹੈ ਗੁਰਦੀਪ ਜੀ? ਮੈਂ PGDCA ਕੀਤੀ ਹੋਈ ਹੈ ਜੀ। ਓਕੇ ਜੀ, ਟੀਵੀ ਦੀ ਆਵਾਜ਼ ਘਟਾ ਦਿਓ। ਠੀਕ ਹੈ ਜੀ। ਕਦੋਂ ਕੀਤੀ ਹੈ PGDCA? ਮੈਂ 2015 ਚ ਕੀਤੀ ਹੈ। 2015 ਚ। ਉਸ ਤੋਂ ਪਹਿਲਾਂ ਕੀ ਕੀਤਾ ਸੀ? ਮੈਂ ਉਸ ਤੋਂ ਪਹਿਲਾਂ BA
ਬੀਏ ਕੀਤੀ ਸੀ। ਓਕੇ, ਤੇ 2015 ਤੋਂ ਬਾਅਦ ਕੀ ਕੀਤਾ? 2015 ਤੋਂ ਬਾਅਦ ਮੈਮ ਮੇਰੇ ਕੋਲ ਕੰਟੀਨਿਊ ਜੌਬ ਹੈ। ਓਕੇ, ਸੇਮ ਡਿਪਾਰਟਮੈਂਟ ਕਿਹੜੇ, ਮਤਲਬ ਕੰਪਿਊਟਰ ਚ ਜਿੱਦਾਂ ਤੁਸੀਂ ਪੀਜੀਡੀਸੀਏ ਕੀਤਾ, ਸੋ ਜੌਬ? ਹਾਂਜੀ, ਮੇਰਾ ਆਈਟੀ ਡਿਪਾਰਟਮੈਂਟ ਸੀ। ਓਕੇ ਜੀ, ਸੋ ਸੈਲਰੀ ਅਕਾਊਂਟ ਚ ਹੈ? ਹਾਂਜੀ ਬਿਲकुल। ਓਕੇ, ਸਵਾਲ ਕੀ ਹੈ? ਮੈਮ ਸਵਾਲ ਇਹ ਹੈ ਵੀ ਮੈਂ ਯੂਕੇ ਦਾ ਕਰਨਾ ਚਾਹੁੰਦਾ, ਕੀ ਪੋਸੀਬਲ ਹੈ? ਓਕੇ, ਆਇਲਸ ਕਰ ਚੁੱਕੇ ਹੋ? ਨਹੀਂ ਮੈਮ, ਆਇਲਸ ਮੈਂ ਕੀਤੀ ਹੋਈ ਹੈ, ਉਹਦੇ ਬੈਂਡ ਘੱਟ ਨੇ ਤੇ ਮੈਨੂੰ ਸੁਜੈਸਟ ਕਰ ਦਿਓ ਵੀ ਉਹਨੇ ਹੋ ਜਾਏਗਾ ਜਾਂ ਕਿੰਨੇ ਸਾਲ? ਕਿੰਨਾ ਬੈਂਡ ਸਕੋਰ ਹੈ ਤੁਹਾਡਾ? 5.5। 5.5, ਗ੍ਰੇਟ। ਸਰ ਦੱਸੋ। ਗੁਰਦੀਪ, ਜਿੱਦਾਂ ਤੁਸੀਂ ਦੱਸਿਆ ਹੈਗਾ ਕਿ ਤੁਸੀਂ ਪੀਜੀਡੀਸੀਏ ਕੀਤਾ ਹੈਗਾ 2015 ਦੇ 15 ਅੰਦਰ, ਜੀ ਤੇ ਮੈਨੂੰ ਦੱਸੋਗੇ ਗ੍ਰੈਜੂਏਸ਼ਨ ਦੇ ਵਿੱਚ ਕੀ ਕੀਤਾ ਆਪਾਂ? ਜੀ। ਗੁਰਦੀਪ, ਮੇਰੀ ਆਵਾਜ਼ ਆ ਰਹੀ ਹੈ ਤੁਹਾਨੂੰ? ਕਾਲ ਡਿਸਕਨੈਕਟ ਹੋ ਗਿਆ, ਕੋਈ ਗੱਲ ਨਹੀਂ। ਜਾਣਕਾਰੀ ਥੋੜੀ ਜੀ ਅਧੂਰੀ ਹੈ। ਸੋ ਕੀ ਕਹੋਗੇ ਸਰ, ਬੀਏ ਕੀਤੀ ਸੀ ਇਹਨਾਂ ਨੇ 2000? ਜੇਕਰ ਇਹਨਾਂ ਦਾ ਆਇਲਸ ਦੇ ਵਿੱਚ 5.5 ਹੈਗਾ, ਮੈਂ ਪੁੱਛਣਾ ਚਾਹੁੰਦਾ ਸੀਗਾ ਕਿ ਇਹ 5.5 ਜਿਹੜਾ ਹੈਗਾ ਇੱਕ ਮੋਡਿਊਲ ਦੇ ਵਿੱਚ ਹੈ ਜਾਂ ਓਵਰਆਲ ਹੈ ਜਾਂ ਸਾਰਿਆਂ ਦੇ ਵਿੱਚ 5.5 ਹੈ? ਜੇਕਰ ਇਹਨਾਂ ਦਾ 5.5 ਹੈਗਾ, ਓਵਰਆਲ 5.5 ਹੈ, ਈਚ 5.5 ਹੈ, ਤਾਂ ਮੇਰਾ ਆਨਸਰ ਹੈਗਾ ਯੈਸ, ਹੀ ਇਜ਼ ਐਲੀਜੀਬਲ ਕੈਂਡੀਡੇਟ। ਬਲਕਿ ਉਹ ਵਾਲਾ ਪ੍ਰੋਫਾਈਲ ਹੈਗਾ ਜਿਹਦੇ ਤੇ ਆਪਾਂ ਵੀਜ਼ਾ ਲੈ ਕੇ ਦੇ ਸਕਦੇ ਹਾਂ। ਬਿਲਕੁਲ, ਤੇ ਇਹ ਯੂਕੇ ਵਾਸਤੇ ਵੀ ਅਪਲਾਈ ਹੋ ਸਕਦਾ ਹੈ ਤੇ ਕੈਨੇਡਾ ਲਈ ਵੀ ਪ੍ਰੋਫਾਈਲ ਐਲੀਜੀਬਲ ਹੈਗੀ ਹੈ? ਜੇ ਮੈਮ ਇਹਨਾਂ ਦਾ 5.5 ਹੈਗਾ, ਮਤਲਬ ਕਿ ਓਵਰਆਲ 5.5 ਹੈਗਾ, ਜਿੱਦਾਂ ਮੈਂ ਆਪਣੇ ਲਾਸਟ ਸ਼ੋਅ ਦੇ ਵਿੱਚ ਵੀ ਕਿਹਾ ਸੀਗਾ, ਇਹ ਬੱਚਾ ਐਲੀਜੀਬਲ ਹੈਗਾ ਕੈਨੇਡਾ ਲਈ, ਇਹ ਬੱਚਾ ਐਲੀਜੀਬਲ ਹੈਗਾ ਯੂਐਸਏ ਲਈ, ਇਹ ਬੱਚਾ ਐਲੀਜੀਬਲ ਹੈਗਾ ਯੂਕੇ ਲਈ, ਇਹ ਬੱਚਾ ਐਲੀਜੀਬਲ ਹੈਗਾ ਆਸਟ੍ਰੇਲੀਆ ਲਈ। ਬਿਲਕੁਲ, ਸੋ ਸਾਰੇ ਜਿਹੜੇ ਦਰਵਾਜ਼ੇ ਨੇ ਗੁਰਦੀਪ ਜੀ ਤੁਹਾਡੇ ਵਾਸਤੇ ਖੁੱਲੇ ਹੋਏ ਨੇ। ਲਾਈਵ ਕਨਵਰਸੇਸ਼ਨ ਜ਼ਿਆਦਾ ਲੰਬੀ ਨਹੀਂ ਕਰ ਸਕਦੇ, ਪ੍ਰੋਗਰਾਮ ਤੋਂ ਬਾਅਦ ਇੱਕ ਵਾਰ ਫਿਰ ਤੋਂ ਕਾਲ ਕਰ ਲਿਓ ਤੇ ਜਿਹੜੀ ਆਪਣੀ ਪ੍ਰੋਫਾਈਲ ਆ ਉਹਦੀ ਅਸੈਸਮੈਂਟ ਜ਼ਰੂਰ ਕਰਵਾਇਓ। ਜੋ ਵੀ ਬਣਦੀ ਸਹੀ ਜਾਣਕਾਰੀ ਹੈ ਐਫਡੀਸੀ ਦੀ ਟੀਮ ਵੱਲੋਂ ਤੁਹਾਨੂੰ ਜ਼ਰੂਰ ਦਿੱਤੀ ਜਾਊਗੀ। ਅਗਲੇ ਦਰਸ਼ਕ ਨਾਲ ਜੁੜੇ ਨੇ, ਨੈਕਸਟ ਕਾਲਰ। ਹੈਲੋ, ਪਲੀਜ਼ ਟੀਵੀ ਦੀ ਆਵਾਜ਼ ਘਟਾ ਦਿਓ। ਹੈਲੋ, ਟੀਵੀ ਦੀ ਆਵਾਜ਼ ਘਟਾ ਦਿਓ ਸਰ। ਹੈਲੋ, ਟੀਵੀ ਦੀ ਆਵਾਜ਼ ਘਟਾ ਦਿਓ ਜੀ। ਹੈਲੋ, ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਕੀ ਨਾਮ ਹੈ, ਕਿੱਥੋਂ ਬੋਲ ਰਹੇ ਹੋ? ਮੈਂ ਜੀ ਖਰੜ ਤੋਂ ਬੋਲ ਰਿਹਾ, ਅਨਵਰ ਖਾਨ ਜੀ। ਠੀਕ ਹੈ ਜੀ, ਕੀ ਸਵਾਲ ਹੈ? ਸਵਾਲ ਜੀ ਮੇਰੇ ਬੇਟੇ ਵਾਸਤੇ ਸੀਗਾ। ਮੇਰੇ ਬੇਟੇ ਨੇ +2 ਕੀਤੀ ਹੈ। ਓਕੇ, ਕਦੋਂ ਕੀਤੀ ਹੈ ਜੀ? +2 ਕੀਤੀ ਉਹਨੇ ਜੀ 2017 ਦੀ। ਓਕੇ, ਉਸ ਤੋਂ ਬਾਅਦ ਕੀ ਕੀਤਾ? ਉਸ ਤੋਂ ਬਾਅਦ ਉਹਨੇ ਆਪਣੇ 1 ਸਾਲ ਦਾ ਕੰਪਿਊਟਰ ਕੋਰਸ ਕੀਤਾ ਸੀਗਾ ਜੀ, ਡਿਪਲੋਮਾ। ਠੀਕ ਹੈ ਜੀ। ਆਇਲਸ ਕਰ ਚੁੱਕਿਆ ਬੱਚਾ? ਨਹੀਂ ਕਰਿਆ ਜੀ ਉਹਨੇ, ਅੱਜ ਨਹੀਂ ਕਰਿਆ। ਓਕੇ, +2 ਇੰਗਲਿਸ਼ ਮੀਡੀਅਮ ਚ ਕੀਤੀ ਹੈ ਕਿ ਪੰਜਾਬ ਬੋਰਡ ਚੋਂ? ਹਾਂਜੀ, ਪੰਜਾਬ ਬੋਰਡ ਚ ਕੀਤੀ ਹੈ। ਪੰਜਾਬ ਬੋਰਡ ਚੋਂ। ਸਵਾਲ ਕੀ ਹੈ ਤੁਹਾਡਾ? ਸਵਾਲ ਮੈਮ ਇਹ ਸੀਗਾ ਜੀ ਵੀ ਕਿਆ ਕੋਈ ਉਹਦੇ ਵਾਸਤੇ ਮਤਲਬ ਕੈਨੇਡਾ ਦੇ ਕੋਈ ਸਿਸਟਮ ਹੈ ਕੋਈ ਜਿਵੇਂ ਵਰਕ ਪਰਮਿਟ? ਨੰਬਰ ਕਿੰਨੇ ਨੇ +2 ਦੇ ਵਿੱਚ? ਨੰਬਰ ਉਹਦੇ +2 ਵਿੱਚ ਹੈਗੇ ਨੇ 68% ਦੀ। 68%। ਓਕੇ, ਕਿਹੜੇ ਸਬਜੈਕਟ ਚ ਕੀਤੀ ਹੈ +2? +2 ਕੀਤੀ ਉਹਨੇ ਜੀ ਆਰਟਸ ਦੇ ਵਿੱਚ ਕੀਤੀ ਹੈ ਜੀ। ਆਰਟਸ। ਓਕੇ, ਠੀਕ ਹੈ ਸਰ, ਕੀ ਕਹੋਗੇ? ਇਹਦੇ ਵਿੱਚ ਇੰਗਲਿਸ਼ ਦੇ ਵਿੱਚ ਕੀ ਸਕੋਰ ਹੈ ਜੀ ਤੁਹਾਡਾ? ਇੰਗਲਿਸ਼ ਦੇ ਵਿੱਚ ਸਕੋਰ ਮੈਮ ਹੈਗਾ ਜੀ ਕੋਈ ਨੀਅਰ ਅਬਾਊਟ 35। 35। ਹਾਂਜੀ। ਤੇ ਤੁਸੀਂ ਕਿਹੜੀ ਕੰਟਰੀ ਦੇਖ ਰਹੇ ਹੋ? ਯੂਕੇ ਲਈ ਜੀ? ਕੈਨੇਡਾ ਕਹਿ ਰਹੇ? ਨਹੀਂ ਜੀ, ਨਹੀਂ ਅਸੀਂ ਨਾ ਬੇਟਾ ਕੈਨੇਡਾ ਰਿਵਿਊ ਕਰ ਰਿਹਾ ਜੀ। ਕੈਨੇਡਾ ਲਈ ਮਤਲਬ ਦੇਖੋ, ਮੈਂ ਨਾ ਤੁਹਾਨੂੰ ਸਹੀ ਗੱਲ ਦੱਸਾਂ, ਮੈਂ ਬਹੁਤ ਲੋਅਰ ਉਹਦੇ ਵਿੱਚ ਫਾਈਨਾਂਸ਼ੀਅਲ ਟਾਪ ਦੇ ਵਿੱਚ ਮੈਂ ਚਾਹੁੰਦਾ ਕੋਈ ਨਾ ਕੋਈ ਉਹਦੀ ਕੈਨੇਡਾ ਦੇ ਵਿੱਚ ਕੋਈ ਸਿਸਟਮ ਬਣੇ। ਸਰ, ਅਗਰ ਤੁਸੀਂ ਕੈਨੇਡਾ ਲਈ ਦੇਖ ਰਹੇ ਹੈਗੇ ਹੋ ਤਾਂ ਮੇਰਾ ਬਹੁਤ ਵੱਡਾ ਇਹੀ ਕੁਐਸਚਨ ਬਣਦਾ ਹੈਗਾ, ਜੇ ਬੱਚੇ ਨੇ 35% ਕੀਤੇ ਹੈ ਇੰਗਲਿਸ਼ ਦੇ ਵਿੱਚ, ਆਪਣੀ ਜਿਹੜੀ ਅਚੀਵਮੈਂਟ ਹੈ 35% ਹੈ, ਬੱਚੇ ਨੇ ਆਇਲਸ ਨਹੀਂ ਕੀਤਾ, ਤਾਂ ਮੈਂ ਉਹਦੇ ਲਈ ਕਹੂੰਗਾ ਸਰ ਜਿਹੜਾ ਤੁਹਾਡਾ ਪ੍ਰੋਫਾਈਲ ਹੈ ਕੈਨੇਡਾ ਲਈ ਤੁਸੀਂ ਨਾ ਅਪਲਾਈ ਕਰੋ। ਜੇ ਤੁਸੀਂ ਕਿਸੇ ਹੋਰ ਕੰਟਰੀ ਲਈ ਦੇਖਣਾ ਚਾਹੁੰਦੇ ਹੈਗੇ ਹੋ ਤਾਂ ਇਸੇ ਪ੍ਰੋਫਾਈਲ ਦੀ ਅਗਰ ਮੈਂ ਗੱਲ ਕਰਾਂ ਮਨਦੀਪ, ਇਸੇ ਪ੍ਰੋਫਾਈਲ ਨੂੰ ਇਹ ਯੂਐਸਏ ਲਈ ਅਪਲਾਈ ਕਰ ਸਕਦੇ ਆ ਅਗਰ ਇੰਗਲਿਸ਼ ਮੀਡੀਅਮ ਤੋਂ ਬੱਚਾ ਪੜਿਆ ਹੋਇਆ ਹੈ। ਨਹੀਂ, ਬੱਚਾ ਪੰਜਾਬ ਬੋਰਡ ਤੋਂ ਪੜਿਆ ਹੋਇਆ ਤੇ ਫਿਰ ਪ੍ਰੋਫਾਈਲ ਜਿਹੜੀ ਹੈ ਵੀਕ ਹੈ, ਨੰਬਰ ਬਹੁਤ ਘੱਟ ਹੈਗੇ ਨੇ, ਇਹਨਾਂ ਨੂੰ ਆਇਲਸ ਕਰ ਲੈਣੀ ਚਾਹੀਦੀ ਹੈ। ਹਾਂ, ਸੋ ਤੁਹਾਨੂੰ ਆਇਲਸ ਕਰਨੀ ਚਾਹੀਦੀ ਹੈ, ਇੰਗਲਿਸ਼ ਤੇ ਕਮਾਂਡ ਜਿਹੜੀ ਲੈਣੀ ਚਾਹੀਦੀ ਹੈ, ਕਿਉਂਕਿ ਦੇਖੋ ਆਪਾਂ ਦੂਜੇ ਕੰਟਰੀ ਦੇ ਵਿੱਚ ਜਾਣਾ ਹੈ, ਇੰਗਲਿਸ਼ ਨਹੀਂ ਬੋਲਾਂਗੇ ਉੱਥੇ ਤਾਂ ਸਾਡੀ ਲੈਂਗੁਏਜ ਕਿਸੇ ਨੇ ਸਮਝਣੀ ਨਹੀਂ ਹੈਗੀ। ਉੱਥੇ ਗੋਰੇ ਬੈਠੇ ਨੇ, ਉਹਨਾਂ ਨਾਲ ਇੰਗਲਿਸ਼ ਹੀ ਕਮਿਊਨੀਕੇਟ ਕਰ ਸਕਦੇ। ਸੋ ਪਾਣੀ ਦਾ ਗਲਾਸ ਵੀ ਜਿਹੜਾ ਸ਼ੋਅ ਦੌਰਾਨ ਹਰ ਵਾਰ ਕਹਿੰਦੀ ਆ ਵੀ ਇੰਗਲਿਸ਼ 'ਚ ਹੀ ਮੰਗਣਾ ਪਊਗਾ, ਰਸਤਾ ਵੀ ਪੁੱਛਣਾ ਤਾਂ ਇੰਗਲਿਸ਼ 'ਚ ਹੀ। ਸੋ ਸਪੀਕਿੰਗ ਦੀਆਂ ਕਲਾਸਾਂ ਲਾ ਲਓ, ਫਿਰ ਆਇਲਸ ਕਰ ਲਓ, ਥੋੜੀ ਜਿਹੀ ਮਿਹਨਤ ਕਰ ਲਓ, ਫਿਰ ਕੋਈ ਰਸਤਾ ਬਣ ਜਾਊਗਾ। ਬਿਲਕੁਲ ਬਿਲਕੁਲ ਮਨਦੀਪ, ਕਿਉਂਕਿ ਅਗਰ ਆਪਾਂ ਕੰਟਰੀਆਂ ਦੀ ਗੱਲ ਕਰੀਏ ਉਹਨਾਂ ਦੀ ਫਰਸਟ ਲੈਂਗੁਏਜ ਇੰਗਲਿਸ਼ ਹੈ। ਬਿਲਕੁਲ। ਸੋ ਅਗਲੇ ਦਰਸ਼ਕ ਵੀ ਨਾਲ ਜੁੜੇ ਨੇ, ਨੈਕਸਟ ਕਾਲਰ। ਹੈਲੋ, ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਮੈਮ। ਟੀਵੀ ਦੀ ਆਵਾਜ਼ ਪਲੀਜ਼ ਘਟਾ ਦਿਓ। ਜਦੋਂ ਵੀ ਕਾਲ ਕਰਦੇ ਆ ਦਰਸ਼ਕਾਂ ਨੂੰ ਹੱਥ ਜੋੜ ਕੇ ਬੇਨਤੀ ਹੈ, ਪਲੀਜ਼ ਟੀਵੀ ਦੀ ਆਵਾਜ਼ ਜਿਹੜੀ ਘਟਾ ਕੇ ਕਾਲ ਕਰਿਆ ਕਰੋ, ਕਾਲ ਡਿਸਕਨੈਕਟ ਹੋ ਜਾਂਦੀ ਹੁੰਦੀ ਹੈ। ਜੀ ਮੈਡਮ ਬੋਲੋ, ਕਿੱਥੋਂ ਬੋਲ ਰਹੇ ਹੋ, ਕੀ ਸਵਾਲ ਹੈ ਜੀ?
मैडम कॉल डिस्कनेक्ट हो जाऊगा, तुसी टीवी दी आवाज नहीं घटाई। हेलो हाँ जी हुन बोलो। हाँ मैडम नेटवर्क च आके फोन करो। ਹੈਲੋ हाँ जी सत श्री अकाल। सत श्री अकाल जी। ਮੈਮ ਗੁਰਜੀਤ ਸਿੰਘ ਬੋਲਦਾ ਜੀ ਮੈਂ। ठीक है जी, की सवाल है? ਮੈਮ ਵਾਈਫ ਦੇ ਬਾਰੇ ਗੱਲ ਕਰਨੀ ਸੀਗੀ ਜੀ। दसो जी की सवाल की हैगा, की पूछना चाहते हो? ਮੈਮ ਵਾਈਫ ਨਾ 2013 ਪਾਸ ਆਊਟ ਆ ਬੀਟੈਕ ਦੀ। ओके ਹਾਂਜੀ ਮੈਮ ਉਹਨਾਂ ਨੇ ਆਈਲੈਟਸ ਕਰੀ ਆ, ਲਿਸਨਿੰਗ ਚ 6.5 ਬਾਕੀ 5.5 ਆ ਸਾਰੇ ਤਿੰਨੇ ਮਰੀਜ਼ਾਂ ਦੇ। ओके सो ओवरऑल बैंड हाँ स्कोर जी, की मैम। बन रहा है? ओवरऑल मैम 5.5 ਬਣਦੇ 6 ਬਣਦੇ ਆ। 6 बनते पे ने। ठीक है, सो की सवाल है, कित्थे दा अप्लाई करना चाहते हो? ਮੈਮ ਉਹਨਾਂ ਦਾ 2013 ਬੀਟੈਕ ਪਾਸ ਆਊਟ ਆ, ਉਸ ਤੋਂ ਬਾਅਦ ਉਹਨਾਂ ਦੀ ਜੌਬ ਹੈ ਜੀ 2019 ਤੱਕ ਜੀ। ओके 2019 तो बाद? ਮੈਮ 19 ਤੋਂ ਬਾਅਦ ਤਾਂ ਫਿਰ 20 ਦਾ ਕੋਵਿਡ ਆ ਗਿਆ, ਉਸ ਤੋਂ ਬਾਅਦ ਫਿਰ ओके मैरिज कितनी पुरानी है? ਮੈਮ 2 ਸਾਲ ਹੋ ਗਏ ਸਪਾਊਸ ਲਾਣਾ ਜੀ। ठीक है जी, स्पाउस कित्थों दा लाना चाहते हो? ਮੈਮ ਜਿੱਥੇ ਦੀ ਪ੍ਰੋਫਾਈਲ ਠੀਕ ਲੱਗੇ ओके ਉੱਥੇ ਦਾ राइट ਲਾਓ। वे पूछना चाहते हो कित्थों दी प्रोफाइल एलिजिबल है? सो बलजिंदर जी की हाँ, कहोगे, बिल्कुल। साडे दर्शक साडे नाल जुड़े ने इन्हां नूं। ਜੀ ਬਿਲਕੁਲ ਸਰ, ਤੁਸੀਂ ਸਪਾਊਸ ਦੇ ਨਾਲ ਆਪਣੀ ਐਪਲੀਕੇਸ਼ਨ ਲਗਾਉਣਾ ਚਾਹੁੰਦੇ ਹੋ? जी स्पाउस ही उन्हां ਮਤਲਬ ਕਿ दी- ਤੁਸੀਂ ਨਾਲ ਕੰਪਨੀ ਕਰਨਾ ਚਾਹੁੰਦੇ ਹੋ ਜਾਂ ਆਪਣੇ ਸਪਾਊਸ ਨੂੰ ਪਹਿਲਾਂ ਭੇਜਣਾ ਚਾਹੁੰਦੇ ਹੋ, ਉਸ ਦੇ ਮਗਰੋਂ ਤੁਸੀਂ ਆਪਣਾ ਅਪਲਾਈ ਕਰਨਾ ਚਾਹੁੰਦੇ ਹੋ? कॉल डिस्कनेक्ट हो गया है जी, तुसी ਤੇ दोनों ਬਿਲਕੁਲ रस्ते- ਜੀ, ਜੇਕਰ ਤਾਂ ਤੁਸੀਂ ਆਪਣੇ ਸਪਾਊਸ ਨੂੰ ਆਪਣਾ ਕੰਪਨੀ ਕਰਨਾ ਚਾਹੁੰਦੇ ਹੋ, ਆਪਣੇ ਨਾਲ ਲੈ ਕੇ ਜਾਣਾ ਚਾਹੁੰਦੇ ਹੋ, ਦੋਨੋਂ ਇਕੱਠੇ ਟਰੈਵਲ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਯੂਕੇ ਅਪਲਾਈ ਕਰੋ ਜੀ। ਜੇਕਰ ਤੁਸੀਂ ਸਪਾਊਸ ਨੂੰ ਪਹਿਲਾਂ ਭੇਜਣਾ ਚਾਹੁੰਦੇ ਹੋ ਤੇ ਤੁਸੀਂ ਬਾਅਦ ਦੇ ਵਿੱਚ ਉਹਨਾਂ ਨੂੰ ਜੁਆਇਨ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕੈਨੇਡਾ ਵੀ ਅਪਲਾਈ ਕਰ ਸਕਦੇ ਹੋ, ਤੁਸੀਂ ਯੂਐਸਏ ਵੀ ਅਪਲਾਈ ਕਰ अच्छा ਸਕਦੇ ਹੋ। गैप 2013 ਚ ਇਹਨਾਂ ਨੇ ਸਟੱਡੀ ਜਿਹੜੀ ਆਪਣੀ ਬੀਟੈਕ ਕੰਪਲੀਟ ਕੀਤੀ ਹੈ, ਸੋ ਕੋਈ ਪ੍ਰੋਬਲਮ ਨਹੀਂ ਆਊਗੀ। ਮੈਮ ਉਹਨਾਂ ਨੇ ਦੱਸਿਆ ਹੈਗਾ ਕਿ 2013 ਤੋਂ ਬਾਅਦ 2019 ਤੱਕ Job ਉਹਨਾਂ ਨੇ ਕੀਤੀ ਜੌਬ ਨੇ, ਕੀਤੀ ਹਾਂਜੀ, ਹੈ ਹਾਂਜੀ, ਵਿਦ ਹਾਂਜੀ। ਜਸਟੀਫਿਕੇਸ਼ਨ। ਸਾਰੇ ਦੇ ਸਾਰੇ ਗੈਪ ਜਿਹੜੇ ਹੈਗੇ ਨੇ ਉਹ clear ਹੋ ਅਸੈਪਟੇਬਲ ਜਾਣਗੇ। ਨੇ। ਬਿਲਕੁਲ, ਸੋ ਤੁਸੀਂ ਅਪਲਾਈ ਕਰ ਸਕਦੇ ਹੋ, ਕੈਨੇਡਾ ਵਾਸਤੇ ਵੀ ਦਰਵਾਜ਼ਾ ਖੁੱਲਿਆ ਹੈ। ਸੋ ਅਗਲੇ ਇੱਕ ਹੋਰ ਦਰਸ਼ਕ ਨਾਲ ਜੁੜੇ ਨੇ, ਨੈਕਸਟ ਕਾਲਰ। ਹੈਲੋ हेलो ਸਤਿ ਸ਼੍ਰੀ ਅਕਾਲ ਜੀ। सत श्री अकाल मैम। ਮੈਡਮ ਪਲੀਜ਼ ਟੀਵੀ ਦੀ ਆਵਾਜ਼ ਘਟਾ ਦਿਓ। हाँ जी मैम। ਹਾਂਜੀ ਮੈਡਮ ਟੀਵੀ ਦੀ ਆਵਾਜ਼ ਘਟਾ ਕੇ ਗੱਲ ਕਰੋ। ਕੀ ਨਾਮ ਹੈ, ਕਿੱਥੋਂ ਬੋਲ ਰਹੇ ਹੋ, ਕੀ ਜਾਣਕਾਰੀ ਚਾਹੁੰਦੇ ਹੋ? मैम मेरा नाम हरमनजोत कौर है। ठीक है जी, की सवाल है जी? मैं बोल रही हूँ। सवाल की है? मैं ये पूछना चाह रही थी जी कि मेरे 6.5 ओवरऑल बैंड में ओके जी। ਤੇ ਮੈਨੂੰ ਬਿਜ਼ਨਸ ਕੋਰਸ ਚਾਹੀਦਾ ਕੈਨੇਡਾ ਦੇ ਵਿੱਚ। ਕੁਆਲੀਫਿਕੇਸ਼ਨ ਕੀ ਹੈ ਤੁਹਾਡੀ? +2। +2 ਬਿਜ਼ਨਸ ਕੋਰਸ ਚਾਹੀਦਾ ਹੈ। ਕੈਨੇਡਾ ਜਾਣਾ ਹੈ? ਹਾਂਜੀ। ਓਕੇ, ਕੀ ਕਹੋਗੇ ਬੱਚੇ +2 ਕਾਦੇ ਚ ਕੀਤੀ ਹੈ ਤੁਸੀਂ? ਕਮਰਸ। ਕਾਮਰਸ। ਬਿਲਕੁਲ ਜੀ, ਕਿੱਥੋਂ ਗੱਲ ਕਰ ਰਹੇ ਹੋ ਤੁਸੀਂ? ਸ਼੍ਰੀ ਮੁਕਤਸਰ ਸਾਹਿਬ। ਸ਼੍ਰੀ ਮੁਕਤਸਰ ਸਾਹਿਬ ਤੋਂ। ਤੇ ਜੇਕਰ ਤੁਸੀਂ +2 ਬਿਜ਼ਨਸ ਦੇ ਵਿੱਚ ਕੀਤੀ ਹੈ ਜੀ, ਮੇਰੇ ਵੱਲੋਂ ਅਗਰ ਤੁਸੀਂ ਮੈਨੂੰ ਇਹ ਕੁਐਸਚਨ ਪੁੱਛਦੇ ਹੈਗੇ ਹੋ, ਕੈਨੇਡਾ ਲਈ ਪੁੱਛ ਰਹੇ ਹੋ ਤੁਸੀਂ? ਹਾਂਜੀ ਹਾਂਜੀ। ਬਿਲਕੁਲ ਜੀ, ਜੇਕਰ ਤੁਸੀਂ +2 ਕਮਰਸ ਤੋਂ ਕੀਤੀ ਹੈ ਤੇ ਤੁਹਾਡੇ ਬੈਂਡ ਵੀ ਠੀਕ ਨੇ, ਤੁਸੀਂ ਆਪਣੇ ਬਿਜ਼ਨਸ ਦੇ ਕੋਰਸ ਨੂੰ ਲੈਣਾ ਚਾਹੁੰਦੇ ਹੋ ਜਾਂ ਤੁਸੀਂ ਅਕਾਊਂਟੈਂਸੀ ਨੂੰ ਲੈਣਾ ਚਾਹੁੰਦੇ ਹੋ, ਮੇਰੇ ਵੱਲੋਂ ਇਹੀ ਆਨਸਰ ਹੈ ਕਿ ਤੁਸੀਂ ਲੈ ਸਕਦੇ ਹੋ। ਤੇ ਜਿਹੜਾ ਤੁਹਾਡਾ ਬਿਜ਼ਨਸ ਦਾ ਪ੍ਰੋਗਰਾਮ ਹੈ, ਮਾਈਨਰ ਔਰ ਮੇਜਰ, ਤੁਸੀਂ ਦੋਨੋਂ ਕੰਸੀਡਰ ਕਰ ਸਕਦੇ ਹੋ। ਬਿਲਕੁਲ, ਸੋ ਅਪਕਮਿੰਗ ਇਨਟੇਕ ਵਾਸਤੇ ਅਪਲਾਈ ਕਰ ਲੈਣ। ਇਨਟੇਕ ਮਨਦੀਪ, ਜਿੱਦਾਂ ਮੈਂ ਪਹਿਲਾਂ ਵੀ ਦੱਸਿਆ ਹੈਗਾ, ਜੇਕਰ ਤੁਸੀਂ ਮਈ ਲਈ ਜਾਣਾ ਚਾਹੁੰਦੇ ਹੋ ਤਾਂ ਮਈ ਲਈ ਜਾ ਸਕਦੇ ਹੋ, ਅਦਰਵਾਈਜ਼ ਰੋਲਿੰਗ ਇਨਟੇਕ ਲਈ ਆਪਣੇ ਆਪ ਨੂੰ ਬਿਲਕੁਲ, ਰੋਲ ਸੋ ਕਰ ਸਕਦੇ ਹੋ। ਆਪਸ਼ਨਸ ਹੈਗੇ ਨੇ। ਜੇਕਰ ਤੁਸੀਂ ਕਾਲ ਕੀਤੀ ਹੈ, ਸੋ ਜਲਦੀ ਜਿਹੜਾ ਫਲਾਈ ਕਰਨਾ ਚਾਹੁੰਦੇ ਹੋ, ਆਪਣੇ ਸੁਪਨਿਆਂ ਦੀ ਨਗਰੀ ਵੱਲ ਉਡਾਨ ਭਰਨਾ ਚਾਹੁੰਦੇ ਹੋ, ਤਾਂ ਪ੍ਰੋਗਰਾਮ ਤੋਂ ਬਾਅਦ ਕਾਲ ਕਰ ਲਿਓ, ਪ੍ਰੋਫਾਈਲ ਅਸੈਸਮੈਂਟ ਕਰਵਾ ਲਿਓ ਤੇ ਪ੍ਰੋਗਰਾਮ ਜਿਹੜਾ ਤੁਹਾਨੂੰ ਤੁਹਾਡੀ ਪ੍ਰੋਫਾਈਲ ਦੇ ਅਕੋਰਡਿੰਗ ਮਿਲ ਜਾਊਗਾ। ਸੋ ਇੱਕ ਹੋਰ ਦਰਸ਼ਕ ਨਾਲ ਜੁੜੇ ਨੇ, ਲੇਕਿਨ ਉਸ ਤੋਂ ਪਹਿਲਾਂ ਥੋੜਾ ਜਿਹਾ ਸਾਡੇ ਕੋਲ ਸਮਾਂ ਘੱਟ ਹੈ, ਯੂਐਸਏ ਦੀ ਵੀ ਗੱਲਬਾਤ ਕਰ ਲਈਏ, ਕਿਉਂਕਿ ਅੱਜ ਕੱਲ ਇਮੀਗ੍ਰੇਸ਼ਨ ਵਾਲਿਆਂ ਨੇ ਯੂਐਸਏ ਦੀਆਂ ਮਸ਼ਹੂਰੀਆਂ ਘੱਟ ਕਰ ਦਿੱਤੀਆਂ ਨੇ। ਸੋ ਯੂਐਸਏ ਦਾ ਕੀ ਸਿਨੈਰੀਓ ਹੈਗਾ, ਕਿਹੜੀ ਪ੍ਰੋਫਾਈਲ ਵਾਲਾ ਜਿਹੜਾ ਵਿਦਿਆਰਥੀ ਹੈ ਯੂਐਸਏ ਲਈ ਐਲੀਜੀਬਲ ਹੈਗਾ? ਜੀ ਮਨਦੀਪ, ਅਗਰ ਆਪਾਂ ਯੂਐਸਏ ਦੀ ਗੱਲ ਕਰੀਏ, ਪਹਿਲਾਂ ਤਾਂ ਆਪਾਂ ਮਸ਼ਹੂਰੀਆਂ ਦੀ ਗੱਲ ਕਰ ਲੈਂਦੇ ਹਾਂ। ਮਸ਼ਹੂਰੀਆਂ ਉਸੇ ਚੀਜ਼ ਦੀ ਕੀਤੀ ਜਾਂਦੀਆਂ ਨੇ ਜਿਹੜੀਆਂ ਮਾਰਕੀਟ ਦੇ ਵਿੱਚ ਵਿਕ ਰਹੀਆਂ ਹੁੰਦੀਆਂ ਨੇ, ਬਟ ਜਿੱਦਾਂ ਤੁਹਾਨੂੰ ਪਤਾ ਹੈਗਾ ਯੂਐਸਏ ਕਾਫੀ ਟਾਈਮ ਤੋਂ ਬੰਦ ਪਿਆ ਸੀਗਾ ਡਿਊ ਟੂ ਕੋਵਿਡ। ਯੂਐਸਏ ਦੀ ਗੱਲ ਨਹੀਂ ਕਰਾਂਗਾ, ਮੈਕਸਿਮਮ ਕੰਟਰੀਜ਼ ਨੇ ਆਪਣੇ ਆਪ ਨੂੰ ਸ਼ਟ ਕੀਤਾ ਸੀਗਾ ਕੁਝ ਟਾਈਮ ਦੇ ਲਈ। ਬਟ ਅਗਰ ਆਪਾਂ ਅੱਜ ਦੇ ਟਾਈਮ ਦੀ ਗੱਲ ਕਰੀਏ, ਕਾਲਰਸ ਦੀ ਕਮਾਂਡ ਬਾਰ-ਬਾਰ ਮਿਲ ਰਹੀ ਹੈ, ਸੋ ਸੌਰੀ ਤੁਹਾਡੀ ਗੱਲ ਵਿੱਚ ਇੰਟਰਪਟ ਕਰ ਰਹੀ ਹਾਂ। ਪਹਿਲਾਂ ਦਰਸ਼ਕ ਦੀ ਕਾਲ ਲੈਨੇ ਆ। ਹੈਲੋ 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 ਸਤਿ ਸ਼੍ਰੀ ਅਕਾਲ ਜੀ, ਸਵਾਲ ਕੀ ਹੈ? ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ, ਕੀ ਸਵਾਲ ਹੈ ਜੀ? ਮੈਮ ਗੁੱਡ ਈਵਨਿੰਗ। वेरी गुड इवनिंग। सवाल की है सर, टाइम बहुत घट है, अपना सवाल दसो। ਮੈਮ ਯੂਐਸਏ ਬਾਰੇ ਪਤਾ ਕਰਨਾ ਸੀ। की पता करना सी, की प्रोफाइल है तुहाडी, दसो की प्रोफाइल है?
ਮੈਮ ਬੀਐਸਸੀ ਐਗਰੀਕਲਚਰ ਓਕੇ, ਕਿਹੜੇ ਸੈਸ਼ਨ ਦੇ ਪਾਸ ਆਊਟ ਹੋ? ਮੈਮ 2018 ਓਕੇ, ਕੁਝ ਪਹਿਲਾਂ ਅਪਲਾਈ ਕੀਤਾ ਹੈ ਕਿ ਫਸਟ ਟਾਈਮ ਅਪਲਾਈ ਕਰਨਾ ਹੈ? ਨੋ ਮੈਮ ਪਹਿਲਾਂ ਹਾਂਜੀ, ਨਹੀਂ ਕਰੇ। ਪਹਿਲਾਂ ਨਹੀਂ ਕਰਿਆ। ਓਕੇ, ਸੋ ਕੀ ਕੀਤਾ ਗ੍ਰੈਜੂਏਸ਼ਨ ਦੇ ਵਿੱਚ? ਬੀਐਸਸੀ ਕੀਤੀ ਹੈ ਨਾ? ਇੰਗਲਿਸ਼ ਕਮਾਂਡ ਕਿੱਦਾਂ ਦੀ ਹੈਗੀ? ਆਇਲਸ ਵਗੈਰਾ ਕੀਤੀ ਹੈ? ਮੈਮ ਬੀਐਸਸੀ ਐਗਰੀਕਲਚਰ ਆਈ 71%। ਇੰਗਲਿਸ਼ ਕਮਾਂਡ ਕਿੱਦਾਂ ਦੀ ਹੈਗੀ? ਕਮਿਊਨੀਕੇਟ ਕਰ ਲੈਂਦੇ ਹੋ ਈਜ਼ੀਲੀ? ਯੈਸ ਮੈਮ। ਆਇਲਸ ਕੀਤੀ ਹੋਈ ਹੈ? ਆਇਲਸ ਪੀਟੀ ਕੁਝ ਕੀਤਾ ਹੈ? ਨੋ ਮੈਮ। ਨਹੀਂ, ਠੀਕ ਹੈ ਜੀ। ਸਰ ਕੀ ਕਹੋਗੇ? ਅਗਰ ਤੁਸੀਂ ਯੂਐਸਏ ਦੀ ਗੱਲ ਕਰੀਏ, ਯੂਐਸਏ ਇੱਕ ਏਦਾਂ ਦੀ ਕੰਟਰੀ ਹੈ ਜੀ ਜਿੱਥੇ ਆਇਲਸ ਵਿਦਆਊਟ ਆਇਲਸ ਹਿਊਜ ਗੈਪ ਅਸੈਪਟੇਬਲ ਹੈ। ਅਗਰ ਤੁਸੀਂ 2018 ਦੇ ਵਿੱਚ ਆਪਣੀ ਐਜੂਕੇਸ਼ਨ ਖਤਮ ਕੀਤੀ ਹੈ ਤੇ 2 ਸਾਲ ਕੀ ਕੀਤਾ ਹੈ ਜੀ ਤੁਸੀਂ? ਹਾਂਜੀ, ਸੀਬੀਐਸਈ। ਤੁਸੀਂ 2 ਸਾਲ ਕੀ ਕੀਤਾ? 2018 ਤੋਂ ਬਾਅਦ ਕੀ ਕੀਤਾ? 2019 20 21 ਚ ਅਸੀਂ ਆ ਗਏ ਹਾਂ। ਮੈਮ ਸਿਵਲ ਸਰਵਿਸ ਦੀ ਤਿਆਰੀ ਕਰ ਰਹੇ ਸੀ। ਮਤਲਬ ਕਿ ਕੁਛ ਨਾ ਕੁਛ ਤੁਸੀਂ ਕੀਤਾ ਹੈਗਾ, ਭਾਵੇਂ ਤੁਸੀਂ ਤਿਆਰੀ ਕੀਤੀ ਹੈ, ਭਾਵੇਂ ਤੁਸੀਂ ਗਵਰਨਮੈਂਟ ਐਗਜ਼ਾਮ ਦੀ ਤਿਆਰੀ ਕੀਤੀ ਹੈ। ਜੇ ਤੁਸੀਂ ਯੂਐਸਏ ਲਈ ਦੇਖ ਰਹੇ ਹੈਗੇ ਹੋ ਜੀ, ਯੂਐਸਏ ਇੱਕ ਏਦਾਂ ਦੀ ਕੰਟਰੀ ਹੈਗੀ ਹੈ ਜੋ ਕਿ ਬੇਸਿਸ ਆਫ ਯੂਰ ਐਜੂਕੇਸ਼ਨ, ਬੇਸਿਸ ਆਫ ਯੂਰ ਅਕੈਡਮਿਕ ਤੁਹਾਨੂੰ ਐਡਮਿਸ਼ਨ ਦਿੰਦਾ ਹੈਗਾ। ਜੇ ਤੁਸੀਂ ਇਹ ਪੁੱਛਣਾ ਚਾਹੁੰਦੇ ਹੋ ਕਿ ਮੈਂ ਯੂਐਸਏ ਲਈ ਕੁਆਲੀਫਾਈ ਹੈਗਾ ਜਾਂ ਨਹੀਂ ਹੈਗਾ, ਤਾਂ ਯੂਐਸਏ ਲਈ ਤੁਸੀਂ ਅਪਲਾਈ ਕਰ ਸਕਦੇ ਹੋ ਸਰ। ਜੀ, ਉਮੀਦ ਹੈ ਸਵਾਲ ਦਾ ਜਵਾਬ ਮਿਲ ਗਿਆ ਹੋਊਗਾ। ਸੋ ਯੂਐਸਏ ਲਈ ਤੁਸੀਂ ਅਪਲਾਈ ਕਰ ਸਕਦੇ ਹੋ। ਪ੍ਰੋਗਰਾਮ ਤੋਂ ਬਾਅਦ ਕਾਲ ਕਰ ਲਿਓ, ਆਪਣੀ ਜਿਹੜੀ ਪ੍ਰੋਫਾਈਲ ਹੈ ਉਹ WhatsApp ਜ਼ਰੂਰ ਕਰਵਾ ਲਿਓ, ਅਸੈਸਮੈਂਟ ਜ਼ਰੂਰ ਕਰਵਾ ਲਿਓ। ਸਕਰੀਨ ਦੇ ਉੱਤੇ ਨੰਬਰ ਜਿਹੜਾ ਲਗਾਤਾਰ ਚੱਲ ਰਿਹਾ, ਤੁਸੀਂ ਅਸੈਸਮੈਂਟ ਆਪਣੀ ਕਰਵਾ ਸਕਦੇ ਹੋ। ਸੋ ਯੂਐਸਏ ਦੀ ਅਸੀਂ ਗੱਲਬਾਤ ਕਰਦੇ ਪਏ ਸੀ, ਕਿਹੜੀ ਪ੍ਰੋਫਾਈਲ ਵਾਲੇ ਬੱਚੇ, ਐਂਡ ਜਿੱਦਾਂ ਹਿਊਜ ਗੈਪ ਦੀ ਤੁਸੀਂ ਗੱਲ ਕੀਤੀ, ਸੋ ਕਿੰਨਾ ਕੁ ਜਿਹੜਾ ਮੈਕਸਿਮਮ ਗੈਪ ਹੈਗਾ ਅਸੈਪਟ ਹੋਊਗਾ? ਮੈਮ ਯੂਐਸਏ ਦੀ ਅਗਰ ਆਪਾਂ ਗੱਲ ਕਰੀਏ, ਯੂਐਸਏ ਇੱਕ ਏਦਾਂ ਦੀ ਕੰਟਰੀ ਹੈਗੀ ਹੈ, ਤੁਹਾਨੂੰ ਪਤਾ ਹੈਗਾ ਸਭ ਤੋਂ ਵੱਧ ਐਡਵਾਂਸ ਕੰਟਰੀਆਂ ਦੇ ਵਿੱਚ ਯੂਐਸਏ ਨੂੰ ਆਪਾਂ ਕਾਊਂਟ ਕਰਦੇ ਹਾਂ ਜੀ। ਯੂਐਸਏ ਦੇ ਵਿੱਚ ਮੈਮ ਨਾਰਮਲੀ ਅਗਰ ਆਪਾਂ ਗੈਪ ਦੀ ਗੱਲ ਕਰੀਏ, ਉਹ ਖੁਦ ਹੀ ਕਹਿੰਦੇ ਹੈਗੇ ਹੈ ਨਾ ਕਿ ਪੜਨ ਦੀ ਜਾਂ ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ। ਤੇ ਅਗਰ ਆਪਾਂ +2 ਤੋਂ ਬਾਅਦ ਕਰੀਏ ਮੈਮ, +2 ਸਾਡਾ ਜਿਹੜਾ ਇੱਕ ਬੱਚਾ ਮੰਨ ਲਓ 2018 ਪਾਸ ਆਊਟ ਹੈ ਜਾਂ 2017 ਪਾਸ ਆਊਟ ਹੈ, ਮੈਂ 3 ਤੋਂ 4 ਸਾਲ ਦਾ ਗੈਪ +2 ਤੋਂ ਬਾਅਦ ਲੈ ਲਾਂਗਾ, ਕਿਉਂਕਿ ਮੈਨੂੰ ਪਤਾ ਹੈਗਾ ਬੱਚੇ ਨੇ ਗ੍ਰੈਜੂਏਸ਼ਨ ਦੇ ਵਿੱਚ ਐਡਮਿਸ਼ਨ ਲਿੱਤਾ ਹੋਣਾ ਜਾਂ ਬੱਚਾ ਕੋਈ ਗਵਰਨਮੈਂਟ ਐਗਜ਼ਾਮ ਲਈ ਪ੍ਰਿਪੇਅਰ ਕਰ ਰਿਹਾ ਹੋਣਾ। ਮਤਲਬ ਕਿ ਉਹਨਾਂ ਨੂੰ ਵੀ ਪਤਾ ਹੈ ਕਿ ਇੰਡੀਆ ਦੇ ਅੰਦਰ ਬੱਚਾ 2-3 ਸਾਲ ਤਾਂ ਚੀਜ਼ਾਂ ਨੂੰ ਸਰਚ ਕਰਦਾ ਹੈ। ਠੀਕ ਹੈ ਜੀ। ਅਗਰ ਮੈਮ ਦੂਜਾ ਗੱਲ ਕਰੀਏ, ਜਿੱਦਾਂ +2 ਵਾਲੇ ਨੂੰ ਜੀ ਮੈਂ 4 ਤੋਂ 5 ਸਾਲ ਦਾ ਗੈਪ ਲੈ ਲੂੰਗਾ। ਅਗਰ ਆਪਾਂ ਗੱਲ ਕਰੀਏ ਗ੍ਰੈਜੂਏਸ਼ਨ ਦੇ ਵਿੱਚ ਮੈਮ ਗ੍ਰੈਜੂਏਸ਼ਨ ਤੋਂ ਬਾਅਦ ਵਾਲਾ ਜਿਹੜਾ ਕੈਂਡੀਡੇਟ ਹੈ ਉਹਦਾ ਆਪਾਂ ਗੈਪ ਕੰਸੀਡਰ ਕਰਦੇ ਹਾਂ ਯੂਐਸਏ ਦੇ ਵਿੱਚ। ਉਹਦਾ ਰੀਜ਼ਨ ਇਹ ਹੈਗਾ ਕਿਉਂਕਿ ਜਦੋਂ +2 ਤੋਂ ਬਾਅਦ ਬੱਚਾ ਗ੍ਰੈਜੂਏਸ਼ਨ ਦੇ ਵਿੱਚ ਐਂਟਰ ਹੁੰਦਾ ਤੇ ਉਸ ਤੋਂ ਬਾਅਦ ਜਦੋਂ ਬੱਚਾ ਆਪਣਾ ਪੂਰੇ ਦਾ ਪੂਰਾ ਕੰਮ ਕਰਦਾ ਹੈਗਾ, ਉਹਨੂੰ ਯੂਐਸਏ ਦੇ ਵਿੱਚ ਆਪਾਂ ਇੱਕ ਲਾਈਵ ਐਕਸਪੀਰੀਅੰਸ ਦੀ ਤਰ੍ਹਾਂ ਕੰਸੀਡਰ ਕਰਦੇ ਹਾਂ। ਤੇ ਭਾਵੇਂ ਤੁਸੀਂ 4 ਸਾਲ ਕੰਮ ਕੀਤਾ ਹੈ, ਭਾਵੇਂ ਤੁਸੀਂ 5 ਸਾਲ ਕੰਮ ਕੀਤਾ ਹੈ, ਭਾਵੇਂ ਤੁਸੀਂ 7 ਸਾਲ 8 ਸਾਲ 10 ਸਾਲ ਜਿੰਨਾ ਵੀ ਟਾਈਮ ਤੁਸੀਂ ਕੰਮ ਕੀਤਾ ਹੈਗਾ, ਉਹ ਆਪਾਂ ਐਜ਼ ਆ ਤੁਹਾਡਾ ਲਾਈਵ ਐਕਸਪੀਰੀਅੰਸ ਰਿਪਰੈਜ਼ੈਂਟ ਕਰਦੇ ਹਾਂ ਯੂਐਸਏ ਦੇ ਵਿੱਚ। ਓਕੇ ਜੀ। ਮੁੱਖ ਦੀ ਗੱਲ ਇਹ ਆਂਦੀ ਹੈ ਕਿ ਯੂਐਸਏ ਦੇ ਵਿੱਚ ਅਗਰ ਤੁਸੀਂ 5 7 8 10 15 ਸਾਲ ਵੀ ਕੋਈ ਕੰਮ ਕਰਦੇ ਹੈਗੇ ਹੋ, ਉਹ ਵਾਲੇ ਗੈਪ ਆਪਾਂ ਅਸੈਪਟੇਬਲ ਕਰਦੇ ਹਾਂ। ਬਿਲਕੁਲ। ਸੋ ਅਗਲੇ ਦਰਸ਼ਕ ਨਾਲ ਜੁੜੇ ਨੇ। ਹੈਲੋ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਮੈਮ। ਨਾਮ ਕੀ ਹੈ ਜੀ, ਕਿੱਥੋਂ ਬੋਲ ਰਹੇ ਹੋ, ਕੀ ਜਾਣਕਾਰੀ ਚਾਹੁੰਦੇ ਹੋ? ਜੀ ਮੈਂ ਅੰਮ੍ਰਿਤਸਰ ਤੋਂ ਬੋਲ ਰਹੀ ਹਾਂ। ਠੀਕ ਹੈ ਜੀ। ਕਿਸ ਮੈਂ ग्रेजुएट पास हूँ बीएससी मेडिकल। ओके जी, की सवाल है जी? हाँ मैम, मैं कैनेडा की फाइल अप्लाई करनी सी एंड मेरे बैंड स्कोर आ एक जो राइटिंग इन 5 मॉड्यूल आ, राइटिंग च मतलब 5 बैंड्स एंड बाकी 2 च 6 एक च 6 आ, एक च 6.5 एंड एक च 7 है। ओके, सो कैनेडा ਲਈ ਅਪਲਾਈ ਕਰਨਾ ਹੈ। ਕਦੋਂ ਗ੍ਰੈਜੂਏਸ਼ਨ ਕਦੋਂ ਕੀਤੀ ਹੈ ਤੁਸੀਂ? ਸੈਸ਼ਨ ਮੈਮ ਮੇਰੀ ਲਾਸਟ ਈਅਰ ਪਾਸ ਆਊਟ ਹੈ ਗ੍ਰੈਜੂਏਸ਼ਨ ਤੋਂ ਬਾਅਦ ਮੈਂ ਡਿਪਲੋਮਾ ਲਿੱਤਾ ਹੋਇਆ DCA ਦਾ ਐਂਡ ਹੁਣ ਮੈਂ ਵੈਬ ਡਿਜ਼ਾਈਨਿੰਗ ਕਰ ਰਹੀ ਹਾਂ। ਓਕੇ, ਕਿਤੇ ਅਪਲਾਈ ਪਹਿਲਾਂ ਤਾਂ ਨਹੀਂ ਕੀਤਾ ਹੈਗਾ? ਨਹੀਂ ਮੈਮ ਅਜੇ ਨਹੀਂ ਕਰਿਆ। ਓਕੇ ਠੀਕ ਹੈ ਜੀ। ਇੱਕ ਮੋਡਿਊਲ ਦੇ ਵਿੱਚ 5.5 ਇੱਕ ਮੋਡਿਊਲ ਦੇ ਵਿੱਚ ਜੀ ਬੋਲੋ ਜੀ, ਤੁਸੀਂ ਬੋਲੋ। ਇੱਕ ਚ 6 ਇੱਕ ਚ 6.5 ਐਂਡ ਇੱਕ ਚ 7। ਓਵਰਆਲ ਕੀ ਹੈ ਜੀ ਤੁਹਾਡਾ ਸਕੋਰ? ਓਵਰਆਲ 6 ਆ ਐਂਡ ਮੇਰੇ ਤੋਂ ਇੱਕ ਹੋਰ ਬੈਂਡ ਹੈਗੀ, ਬੈਂਡ ਸਕੋਰ ਹੈਗੀ ਆ, ਇੱਕ ਸ਼ੀਟ ਹੈਗੀ ਆ ਜੀ ਜੀ, ਉਹਦੇ ਚ ਮੇਰੇ ਹੈਗੇ ਆ 3 ਚੋਂ 6 ਇੱਕ ਚੋਂ 5.5। 3 ਚੋਂ 6 ਇੱਕ ਦੇ ਵਿੱਚੋਂ 5.5 ਤੇ ਓਵਰਆਲ ਆਪਣਾ 6 ਬਣਦਾ ਹੈ ਜੀ। ਹਾਂਜੀ ਇਹਦੇ ਵਿੱਚ ਵੀ 6 ਹੁੰਦਾ ਹੈ। ਬਿਲਕੁਲ ਮੈਮ, ਜਿਹੜਾ ਟੈਸਟ ਦਿੱਤਾ ਹੋਇਆ ਮੈਂ। ਜੀ 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 ਮੈਮ, ਜਿਹੜਾ ਤੁਸੀਂ ਹੁਣ ਆਪਣਾ ਸਕੋਰ ਮੇਰੇ ਨਾਲ ਸ਼ੇਅਰ ਕੀਤਾ ਹੈਗਾ, ਇੱਕ ਦੇ ਵਿੱਚ 5.5, ਤਿੰਨਾਂ ਦੇ ਵਿੱਚ 6, ਮਤਲਬ ਕਿ ਓਵਰਆਲ ਤੁਹਾਡਾ 6 ਸਕੋਰ ਬਣਦਾ ਹੈਗਾ। ਤੁਸੀਂ ਇਸ ਵਾਲੇ ਸਕੋਰ ਦੇ ਨਾਲ ਆਪਣਾ ਪ੍ਰੋਫਾਈਲ ਅਪਲਾਈ ਕਰੋ, ਤੁਹਾਡਾ ਪ੍ਰੋਫਾਈਲ ਐਲੀਜੀਬਲ ਹੈ ਜੀ। ਤੇ ਜਿੱਦਾਂ ਮੈਂ ਮਨਦੀਪ ਨਾਲ ਵੀ ਗੱਲ ਕੀਤੀ ਹੈ ਕਿ ਵਿਦਿਨ 40 ਡੇਜ਼
ਆਪਾਂ ਤੁਹਾਡਾ ਵੀਜ਼ਾ ਲਿਆ ਤੁਹਾਨੂੰ ਦਾਂਗੇ। ਗ੍ਰਾਂਟ ਕਰਾ ਦਾਂਗੇ। ਬਿਲਕੁਲ, ਸੋ ਚਾਂਸਸ ਹੈਗੇ ਨੇ ਇੱਕ ਮੋਡਿਊਲ 5.5 ਬੈਂਡ ਨਾਲ ਆਸਾਨੀ ਨਾਲ ਮਿਲ ਜੂਗਾ, ਪਰ ਮਿਲੂਗਾ ਤਾਂ ਜੇਕਰ ਤੁਸੀਂ ਸਹੀ ਇਮੀਗ੍ਰੇਸ਼ਨ ਕੰਸਲਟੈਂਟ ਦੀ ਚੋਣ ਕਰਦੇ ਹੋ। ਤਾਂ ਐਵੇਂ ਬੱਸ ਸਟੈਂਡ ਕੋਲ ਕੋਈ ਬੈਠਾ ਉਹਨੂੰ ਜਾ ਕੇ ਆਪਣੀ ਪ੍ਰੋਫਾਈਲ ਫੜਾ ਦੋਗੇ, ਫਿਰ ਅਸੀਂ ਨਹੀਂ ਕਹਿੰਦੇ ਕਿ ਤੁਹਾਨੂੰ ਵੀਜ਼ਾ ਮਿਲੂਗਾ, ਜਿਹੜੀ ਸਿੱਧੀ ਜੀ ਗੱਲ ਹੈ। ਜੀ, ਸੋ ਜੀ। ਖਾਸ ਐਕਸਪਰਟਸ ਕੋਲ ਪ੍ਰੋਫਾਈਲ ਲੈ ਕੇ ਆਉਂਗੇ ਤਾਂ ਜਿਹੜੇ ਵੀਜ਼ਾ ਲੱਗਣ ਦੇ ਚਾਂਸਸ ਹੈਗੇ ਨੇ। ਸੋ ਯੂਐਸਏ ਦੀ ਗੱਲਬਾਤ ਕਰਦੇ ਪਏ ਸੀ, ਇੰਟਰਵਿਊ ਨੂੰ ਲੈ ਕੇ ਬਹੁਤ ਵੱਡਾ ਹਊਆ ਬਣਾਇਆ ਹੋਇਆ ਵੀ ਹਾਏ ਇੰਟਰਵਿਊ ਪਾਸ ਕਿਵੇਂ ਕਰਨਾ, ਇੰਟਰਵਿਊ ਕੀ ਕਰਾਂਗੇ, ਪਤਾ ਨਹੀਂ ਕੀ ਪੁੱਛ ਲੈਣਗੇ। ਸੋ ਇੰਟਰਵਿਊ ਨੂੰ ਲੈ ਕੇ ਕੋਈ ਹੈਲਪ ਹੋ ਸਕਦੀ ਹੈ ਕਿਸੇ ਵਿਦਿਆਰਥੀ ਦੀ? ਮਨਦੀਪ ਦੇਖੋ, ਇੰਟਰਵਿਊ ਦੀ ਅਗਰ ਆਪਾਂ ਗੱਲ ਕਰੀਏ, ਤੁਸੀਂ ਮੇਰੇ ਨਾਲ ਕੋਈ ਵੀ ਕੰਟਰੀ ਚੱਕ ਲਓ, ਤੁਸੀਂ ਅੱਜ ਕੈਨੇਡਾ, ਸਮਾਂ ਬਹੁਤ ਘੱਟ ਹੈਗਾ, ਸੋ ਬੜੇ ਘੱਟ ਸ਼ਬਦਾਂ 'ਚ ਮੈਮ ਕੈਨੇਡਾ ਕਰ ਲਓ, ਤੁਸੀਂ ਯੂਐਸਏ ਕਰ ਲਓ, ਯੂਕੇ ਕਰ ਲਓ, ਹਰ ਕੰਟਰੀ ਦੇ ਵਿੱਚ ਇੰਟਰਵਿਊ ਜਿਹੜਾ ਹੈਗਾ ਤੁਹਾਡਾ ਲਿੱਤਾ ਜਾਂਦਾ ਹੈ ਜੀ। ਅੱਜ ਕੱਲ ਤਾਂ ਜਿੱਦਾਂ ਮਨਦੀਪ ਤੁਸੀਂ ਮੈਨੂੰ ਪੁੱਛਿਆ ਕਿ ਕੈਨੇਡਾ ਦੇ ਅੰਦਰ ਵੀ ਇੰਟਰਵਿਊ ਸਟਾਰਟ ਹੋ ਗਿਆ। ਬਿਲਕੁਲ ਜੀ, ਬਿਲਕੁਲ। ਜੇਕਰ ਤੁਹਾਡਾ ਇੰਟਰਵਿਊ ਯੂਐਸਏ ਦੀ ਅਗਰ ਆਪਾਂ ਗੱਲ ਕਰੀਏ, ਪਿਓਰਲੀ ਇੰਟਰਵਿਊ ਬੇਸਡ ਵੀਜ਼ਾ ਹੈਗਾ ਜੀ। ਇੰਟਰਵਿਊ ਤੁਹਾਡਾ ਪ੍ਰਪੇਅਰ ਕਰਵਾਇਆ ਜਾਊਗਾ ਸਾਡੇ ਐਕਸਪਰਟਸ ਦੇ ਵੱਲੋਂ। ਇੰਟਰਵਿਊ ਦੇ ਵਿੱਚ ਜਿਹੜੀਆਂ ਤੁਹਾਡੀ ਹੀ ਬੇਸਿਕ ਚੀਜ਼ਾਂ, ਜਿੱਦਾਂ ਮੈਂ ਪਹਿਲਾਂ ਵੀ ਕਿਹਾ ਸੀਗਾ, ਯੂਐਸਏ ਦੇ ਵਿੱਚ ਇੱਕ ਵੀਜ਼ਾ ਆਫੀਸਰ ਤੁਹਾਡੇ ਪ੍ਰੋਫਾਈਲ ਬਾਰੇ ਤੁਹਾਡੇ ਤੋਂ ਹੀ ਪੁੱਛਣਾ ਚਾਹੁੰਦਾ ਹੈ, ਕਿਉਂਕਿ ਯੂਐਸਏ ਦਾ ਇੱਕ ਬੜਾ ਹੀ ਸਿੱਧਾ ਜਿਹਾ ਕਨਸੈਪਟ ਹੈ। ਇੱਕ ਇਹ ਤਾਂ ਗੱਲ ਕਹਿ ਲਓ ਕਿ ਲਾਈਵ ਹੈ, ਜਿੱਦਾਂ ਅੱਜ ਮੈਂ ਤੁਹਾਡੇ ਨਾਲ ਲਾਈਵ ਹਾਂ, ਯੂਐਸਏ ਵੀ ਤੁਸੀਂ ਅੰਬੈਸੀ ਮਤਲਬ ਕਿ ਵੀਜ਼ਾ ਆਫੀਸਰ ਦੇ ਨਾਲ ਤੁਸੀਂ ਲਾਈਵ ਹੁੰਦੇ ਹੋ, ਤੁਸੀਂ ਸਾਹਮਣੇ ਉਹਦੇ ਰਿਪਰੈਜ਼ੈਂਟ ਹੁੰਦੇ ਹੋ। ਉਹ ਪ੍ਰੈਜੈਂਟੇਸ਼ਨ ਕਿੱਦਾਂ ਦੀ ਕਰਨੀ ਹੈ ਜੀ, ਪ੍ਰੈਜੈਂਟੇਸ਼ਨ ਦੇ ਵਿੱਚ ਕਰਨਾ ਕੀ ਹੈ, ਦੱਸਣਾ ਕੀ ਹੈ, ਉਹ ਕਾਲ ਸਾਡੀ ਹੈ, ਮਤਲਬ ਕਿ ਐਫਡੀਸੀ ਦੀ ਹੈ। ਇੰਟਰਵਿਊ ਪ੍ਰਪੇਅਰਡ ਕਰਵਾਈ ਜਾਊਗੀ ਸਾਡੇ ਵੱਲੋਂ, ਬੜੇ ਹੀ ਐਕਸਪਰਟ ਮਾਹਿਰ ਨੇ ਸਾਡੇ ਕੋਲ, ਜਿਨ੍ਹਾਂ ਵੱਲੋਂ ਤੁਹਾਡਾ ਇੰਟਰਵਿਊ ਪ੍ਰਪੇਅਰ ਕਰਵਾਇਆ ਜਾਊਗਾ। ਤੇ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਕਿ ਮੈਨੂੰ ਤਾਂ ਜੀ ਮੇਰੇ ਤੋਂ ਬੋਲਣ 'ਚ ਘਬਰਾਹਟ ਹੁੰਦੀ ਹੈ, ਮੈਨੂੰ ਬੋਲਿਆ ਨਹੀਂ ਜਾਂਦਾ। ਤੁਸੀਂ ਇਹ ਲੈ ਕੇ ਚੱਲੋ ਕਿ ਅਗਰ ਤੁਸੀਂ ਪ੍ਰੋਫਾਈਲ ਐਫਡੀਸੀ ਨੂੰ ਦਿੱਤੀ ਹੈ, ਤੁਹਾਡਾ ਵੀਜ਼ਾ ਲਗਵਾਉਣ ਦਾ ਜ਼ਿੰਮਾ ਅਸੀਂ ਚੱਕਿਆ ਹੈ। ਤੁਸੀਂ ਸਾਨੂੰ ਪ੍ਰੋਫਾਈਲ ਦਿਓ, ਅਸੀਂ ਇੰਟਰਵਿਊ ਪ੍ਰਪੇਅਰ ਕਰਵਾਉਂਗਾ। ਜਦੋਂ ਤੱਕ ਮਨਦੀਪ ਮੈਨੂੰ ਕੌਨਫੀਡੈਂਸ ਨਹੀਂ ਆਊਗਾ ਕਿ ਬੱਚਾ ਇੰਟਰਵਿਊ ਕਰ ਸਕਦਾ, ਉਦੋਂ ਤੱਕ ਮੈਨੂੰ ਨਹੀਂ ਲੱਗਦਾ ਕਿ ਮੈਂ ਅੰਬੈਸੀ ਆਫੀਸਰ ਦੇ ਸਾਹਮਣੇ ਬੱਚੇ ਨੂੰ ਲੈ ਕੇ ਜਾਊਂਗਾ। ਤੇ ਸਭ ਤੋਂ ਵਧੀਆ ਜਿਹੜੀ ਗੱਲ ਹੈਗੀ ਉਹ ਇਹ ਹੈਗੀ ਕਿ ਇੰਟਰਵਿਊ ਦੇ ਸਿਰਫ ਤੁਹਾਨੂੰ ਤੁਹਾਡੇ ਬਾਰੇ ਪੁੱਛਿਆ ਜਾਊਗਾ, ਹੋਰ ਕੁਝ ਵੀ ਨਹੀਂ ਪੁੱਛਿਆ ਜਾਣਾ ਤੁਹਾਡੀ ਸਟੱਡੀ ਨਾਲ ਰਿਲੇਟਡ। ਸੋ ਮੰਚ ਤੁਹਾਡੇ ਵੀ ਹੋਰ ਬਹੁਤ ਸਾਰੇ ਸਵਾਲ ਹੋਣਗੇ, ਕਾਲਸ ਜਿਹੜੇ ਸਾਡੇ ਦਰਸ਼ਕ ਸਾਡੇ ਵਿਦਿਆਰਥੀ ਕਰਦੇ ਪਏ ਨੇ। ਸੋ ਮਾਫੀ ਉਹਨਾਂ ਸਾਰੇ ਵਿਦਿਆਰਥੀਆਂ ਨੂੰ, ਕਿਉਂਕਿ ਸਾਰੀਆਂ ਕਾਲਸ ਪ੍ਰੋਗਰਾਮ ਦੇ ਵਿੱਚ ਨਹੀਂ ਲੈ ਸਕਦੇ, ਟਾਈਮ ਥੋੜਾ ਜਿਹਾ ਘੱਟ ਹੁੰਦਾ ਹੈ। ਪ੍ਰੋਗਰਾਮ ਤੋਂ ਬਾਅਦ ਕਾਲ ਕਰ ਲਿਓ, ਤੁਹਾਡੀ ਜਿਹੜੀ ਵੀ ਕੁਐਰੀ ਹੈ ਉਹਦਾ ਜਿਹੜਾ ਜਵਾਬ ਹੈ ਜ਼ਰੂਰ ਦਿੱਤਾ ਜਾਊਗਾ। ਸੋ ਬਲਜਿੰਦਰ ਜੀ, ਖਾਸ ਜਾਣਕਾਰੀ ਸਾਨੂੰ ਦੇਣ ਲਈ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਬਿਲਕੁਲ ਜੀ, ਜੇਕਰ ਤੁਸੀਂ ਵੀ ਸਾਡੇ ਨਾਲ ਆਪਣਾ ਪ੍ਰੋਫਾਈਲ ਸ਼ੇਅਰ ਕਰਨਾ ਚਾਹੁੰਦੇ ਹੋ, ਸਾਡਾ ਦਫ਼ਤਰ ਹੈਗਾ ਸੈਕਟਰ 34A ਚੰਡੀਗੜ੍ਹ ਦੇ ਵਿੱਚ 3rd ਫਲੋਰ ਤੇ 919293 ਸਾਡਾ SCO ਨੰਬਰ ਹੈ। ਮੈਂ ਹਰ ਮੰਡੇ ਟੂ ਸੈਟਰਡੇ ਅਵੇਲੇਬਲ ਹਾਂ ਉੱਥੇ। ਜੇਕਰ ਤੁਹਾਡਾ ਵੀ ਕੋਈ ਇਦਾਂ ਦਾ ਕੁਐਸਚਨ ਤੁਹਾਡੇ ਮਨ ਦੇ ਵਿੱਚ ਹੈ, ਤੁਸੀਂ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ ਜੀ। ਬਿਲਕੁਲ, ਧੰਨਵਾਦ ਜੀ। ਇਸ ਤੋਂ ਵੇਲਾ ਜਾਣਦਾ ਹੋ ਗਿਆ, ਰੱਖੋ ਧਿਆਨ, ਦੇਖਦੇ ਰਹੋ ਲਿਵਿੰਗ ਇੰਡੀਆ ਨਿਊਜ਼। ਸਤਿ ਸ਼੍ਰੀ ਅਕਾਲ।